ਕਿ ਧਾਰਮਿਕ ਗ੍ਰੰਥਾਂ ਦੀ ਅਸੀਂ ਇੰਟਰਪ੍ਰੀਟੇਸ਼ਨ ਕਿਸ ਢੰਗ ਦੇ ਨਾਲ ਕਰੀਏ। ਜੇ ਅਸੀਂ ਇਹਨਾਂ ਗ੍ਰੰਥਾਂ ਵੱਲ ਦੇਖਦੇ ਹਾਂ, ਅਧਿਆਤਮਿਕਤਾ ਬਾਰੇ ਜਾਣਕਾਰੀ ਜ਼ਰੂਰ ਮਿਲਦੀ ਹੈ, ਪਰ ਫਿਰ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੇ ਭੰਬਲ ਭੂਸੇ ਦੇ ਵਿੱਚ ਫਸੇ ਰਹਿੰਦੇ ਹਾਂ। ਇਹ ਵੀ ਕਹਿਣਾ ਕਿ ਮੈਂ ਗੁਰਬਾਣੀ ਦਾ ਐਕਸੀਡੈਂਟਲ ਸਕਾਲਰ ਹਾਂ। ਐਕਸੀਡੈਂਟਲ ਇਸ ਕਰਕੇ ਮੈਂ ਕਹਿਣਾ ਕਿਉਂਕਿ ਗੁਰਬਾਣੀ ਦੇ ਅਧਿਐਨ ਨਾਲ ਅੱਜ ਤੋਂ ਕੋਈ 52 ਸਾਲ ਪਹਿਲਾਂ ਜੁੜਨ ਤੋਂ ਪਹਿਲਾਂ ਮੈਂ ਮਾਰਕਸਿਜ਼ਮ ਦੀ ਫਿਲਾਸਫੀ ਦੇ ਨਾਲ ਜੁੜਿਆ ਕਿ ਉਹਨਾਂ ਨੇ ਕਿਹਾ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਪੀਪਲ। ਯਾਨੀ ਧਰਮ ਜਿਹੜਾ ਨਾ ਉਹ ਮਤਲਬ ਹੈ ਕਿ ਲੋਕਾਂ ਦੇ ਲਈ ਅਫੀਮ ਵਰਗੀ ਚੀਜ਼ ਹੈ। ਉਹ ਬੰਦੇ ਦੀ ਚੇਤਨਾ ਨੂੰ ਸੁਲਾ ਦਿੰਦੀ ਹੈ, ਸਮਾਜਿਕ ਚੇਤਨਾ ਨੂੰ ਕੁੰਡਾ ਕਰਦੀ ਹੈ। ਕਿ ਜਦੋਂ ਮੈਂ ਗੁਰੂ ਨਾਨਕ ਬਾਣੀ ਦੇ ਨਾਲ ਅਧਿਐਨ ਦਾ ਰਿਸ਼ਤਾ ਜੋੜਿਆ, ਮੈਨੂੰ ਲੱਗਿਆ ਕਿ ਮਾਰਕਸ ਨੇ ਜਿਹੜੀ ਗੱਲ ਧਰਮ ਬਾਰੇ ਕਹੀ ਸੀ ਉਹ ਪੂਰੀ ਤਰ੍ਹਾਂ ਸੱਚ ਨਹੀਂ ਸੀ। ਅੱਛਾ। ਫਿਰ ਮੈਂ ਇੱਕਦਮ ਮੇਰੇ ਦਿਮਾਗ 'ਚ ਆਇਆ ਵੀ ਗੁਰੂ ਨਾਨਕ ਬਾਣੀ ਨੂੰ ਜਾਂ ਬਾਣੀ ਨੂੰ ਜੀ ਪੜ੍ਹਨ ਦਾ ਢੰਗ ਕੀ ਹੋਣਾ ਚਾਹੀਦਾ। ਕੀ ਇਹਨੂੰ ਸ਼ਾਇਰੀ ਵਾਂਗ ਪੜ੍ਹੀਏ, ਸੰਗੀਤ ਵਾਂਗ ਪੜ੍ਹੀਏ ਜਾਂ ਫਿਲਾਸਫੀ ਵਾਂਗ ਪੜ੍ਹੀਏ। ਤਾਂ ਇਸੇ ਨੁਕਤੇ ਤੋਂ ਵਿਚਾਰਨ ਦੀ ਲੋੜ ਹੈ ਕਿ ਇਹ ਐਸਾ ਗਿਆਨ ਹੈ ਕਿ ਜਿਹੜਾ ਜੀਵਨ ਦੇ ਬਹੁਤ ਸਾਰੇ ਮਸਲਿਆਂ ਨੂੰ ਸੁਲਝਾਉਣ ਦੇ ਲਈ ਅੰਤਰਦ੍ਰਿਸ਼ਟੀਆਂ ਦਿੰਦਾ। ਇਹ ਕੋਈ ਫਾਰਮੂਲਾ ਨਹੀਂ ਦਿੰਦਾ, ਇਹ ਤੁਹਾਡੀ ਨਜ਼ਰ ਨੂੰ ਇੱਕ ਐਸੀ ਚਿਣਕ ਦਿੰਦਾ ਰੌਸ਼ਨੀ ਦੀ, ਜਿਹਦੇ ਨਾਲ ਮਸਲੇ ਜਿਹੜੇ ਨੇ ਉਹ ਆਪੇ ਥਾਂ ਟਿਕਾਣੇ ਟਿਕ ਜਾਂਦੇ। ਕੀ ਅੱਜ ਵੀ ਗੁਰਬਾਣੀ ਦੀ ਜਿਹੜੀ ਰੈਲੇਵੈਂਸ ਹੈ ਉਹ ਓਨੀ ਹੀ ਇੰਪੋਰਟੈਂਟ ਹੈ ਜਾਂ ਇਹਦੀ ਰੈਲੇਵੈਂਸ ਦੇ ਉੱਤੇ ਜਿਹੜੇ ਲੋਕ ਸਵਾਲ ਉਠਾਉਂਦੇ ਆ ਉਹਨਾਂ ਦਾ ਨਜ਼ਰੀਆ ਵੀ ਸਹੀ ਹੈ? ਯਾਨੀ ਤੁਸੀਂ ਦੇਖੋ, ਇੱਕ ਤਾਂ ਸਾਡੀ ਜ਼ਿੰਦਗੀ ਦੇ ਰੋਜ਼ਮਰਰਾ ਦੇ ਮਸਲੇ ਨੇ, ਉਹ ਯੂਟਿਲਿਟੇਰੀਅਨ ਨੇ ਵੀ ਆਹ ਚੀਜ਼ ਸਾਨੂੰ ਕੁਛ ਹੈ, ਪ੍ਰੋਬਲਮ ਹੋ ਗਈ ਅਤੇ ਉਹਦਾ ਇੱਕ ਸਮਾਧਾਨ ਲੱਭੋ। ਇਹ ਮਸਲੇ ਰਿਲੀਜਨ ਦੇ ਨਹੀਂ ਹੈਗੇ। ਰਿਲੀਜਨ ਤੁਹਾਨੂੰ ਇੱਕ ਐਸੇ ਪੈਡੈਸਟਲ 'ਤੇ ਖੜ੍ਹਾ ਕਰ ਦਿੰਦਾ ਜਿੱਥੇ ਤੁਸੀਂ ਆਪਣੀ ਚੇਤਨਾ ਨੂੰ ਇਸ ਤਰ੍ਹਾਂ ਸਮਰੱਥ ਬਣਾ ਲੈਂਦੇ ਹੋ ਕਿ ਇਹ ਸਾਰੇ ਮਸਲੇ ਜਿਹੜੇ ਨੇ ਆਪਣੇ ਆਪ ਸੋਲਵ ਹੁੰਦੇ ਜਾਂਦੇ ਨੇ। ਨਵੀਂ ਜਨਰੇਸ਼ਨ ਬਹੁਤ ਸਾਰੇ ਰਿਚੁਅਲਸ 'ਤੇ ਵੀ ਸਵਾਲ ਉਠਾਉਂਦੀ ਹੈ ਕਿ ਸਾਨੂੰ ਸਵਾਲਾਂ ਦੇ ਜਵਾਬ ਚਾਹੀਦੇ ਆ। ਜਿਹੜੇ ਰਿਚੁਅਲਸ ਅਸੀਂ ਗੁਰਬਾਣੀ ਦੇ ਨਾਲ ਵੀ ਜੋੜ ਲਏ ਆ ਕਿ ਗੁਰਬਾਣੀ ਕਿਵੇਂ ਪੜ੍ਹੀ ਜਾਣੀ ਚਾਹੀਦੀ ਆ, ਕਿੱਥੇ ਬੈਠ ਕੇ ਪੜ੍ਹੀ ਜਾਣੀ ਚਾਹੀਦੀ ਆ, ਕਿੱਦਾਂ ਇੰਟਰਪ੍ਰੇਟ ਕੀਤੀ ਜਾਣੀ ਚਾਹੀਦੀ ਆ, ਸਾਡਾ ਸੋਰਸ ਕੀ ਹੋਵੇ ਸਹੀ ਜਾਣਕਾਰੀ ਦਾ। ਇਹਦਾ ਮਤਲਬ ਹੈ ਕਿ ਉਹਨਾਂ ਦੇ ਮੁਹਾਵਰੇ 'ਚ ਗੱਲ ਕਰਨ ਦੇ ਲਈ ਸਾਨੂੰ ਉਹ ਵਿਦਵਾਨ ਤਿਆਰ ਕਰਨੇ ਪੈਣਗੇ ਜਿਹੜੇ ਅੱਜ ਦੇ ਈਡੀਅਮ ਨੂੰ ਵੀ ਸਮਝਦੇ ਨੇ ਅਤੇ ਗੁਰਬਾਣੀ ਦੇ ਈਡੀਅਮ ਨੂੰ ਵੀ ਸਮਝਦੇ ਨੇ। ਇੱਕ ਇੰਡੀਵਿਜੂਅਲ ਦਾ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਇੱਕ ਆਰਗੇਨਾਈਜ਼ਡ ਰਿਲੀਜਨ ਜਾਂ ਇੱਕ ਪਲੇਟਫਾਰਮ ਦਾ ਕੀ ਰੋਲ ਹੈ? ਲੇਕਿਨ ਫੈਸਲਾ ਤਾਂ ਉਹਨੂੰ ਇੰਡੀਵਿਜੂਅਲ ਲੈਵਲ 'ਤੇ ਖੁਦ ਗੁਰਬਾਣੀ ਦੇ ਉਸ ਸੰਦੇਸ਼ ਨਾਲ ਜੁੜ ਕੇ ਹੀ ਉਹਨੂੰ ਮਿਲੇਗਾ। ਆਰਗੇਨਾਈਜ਼ ਰਿਲੀਜਨ ਦੇ ਉਹਦੇ ਬਾਰੇ ਮੈਂ ਕੁਝ ਕਹਿਣ ਦੀ ਲੋੜ ਹੀ ਨਹੀਂ, ਕਿਉਂਕਿ ਉਹਦਾ ਇੱਕ ਖੇਤਰ ਅਲੱਗ ਹੈ। ਬਹੁਤ ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈਆਂ ਕੁਝ ਖਿਆਲ ਕੁਝ ਸਵਾਲ। ਜਦੋਂ ਅਸੀਂ ਮਨੁੱਖ ਦੀ ਗੱਲ ਕਰਦੇ ਹਾਂ, ਕਿਹਾ ਜਾਂਦਾ ਕਿ ਮਨੁੱਖ ਪਰਮਾਤਮਾ ਦੀ ਸਭ ਤੋਂ ਉੱਤਮ ਕ੍ਰੀਏਸ਼ਨ ਹੈ। ਬਹੁਤ ਵਾਰੀ ਇਹ ਮਹਿਸੂਸ ਕਰਦੇ ਹਾਂ ਕਿ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਉਲਝਾ ਲਿਆ ਹੈ। ਕਦੇ ਦੁੱਖਾਂ ਦੀ ਗੱਲ ਕਰਦੇ ਹਾਂ, ਕਦੇ ਸੁੱਖਾਂ ਦੀ ਗੱਲ ਕਰਦੇ ਹਾਂ। ਇਹ ਨਹੀਂ ਪਤਾ ਲੱਗਦਾ ਕਿ ਇਸ ਸਾਰੇ ਕਾਸੇ ਦੇ ਵਿੱਚ ਫਸੇ ਹੋਏ ਜਦੋਂ ਮਹਿਸੂਸ ਕਰਦੇ ਹਾਂ, ਸੇਧ ਲਈ ਕਿੱਥੇ ਜਾਈਏ, ਡਾਇਰੈਕਸ਼ਨ ਲਈ ਕਿੱਥੇ ਜਾਈਏ। ਅਸੀਂ ਇੱਧਰ ਉੱਧਰ ਝਾਤ ਮਾਰਦੇ ਹਾਂ। ਸਾਡੇ ਧਾਰਮਿਕ ਗ੍ਰੰਥ ਸਾਨੂੰ ਕਿਸੇ ਤਰ੍ਹਾਂ ਦੀ ਡਾਇਰੈਕਸ਼ਨ ਦਿੰਦੇ ਪ੍ਰਤੀਤ ਹੁੰਦੇ ਨੇ, ਪਰ ਇਸ ਦੌਰਾਨ ਅਸੀਂ ਫਿਰ ਉਲਝ ਜਾਂਦੇ ਹਾਂ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਧਾਰਮਿਕ ਗ੍ਰੰਥਾਂ ਦੀ ਅਸੀਂ ਇੰਟਰਪ੍ਰੀਟੇਸ਼ਨ ਕਿਸ ਢੰਗ ਦੇ ਨਾਲ ਕਰੀਏ। ਕੋਈ ਸਾਨੂੰ ਆ ਕੇ ਸਮਝਾਵੇ, ਅਸੀਂ ਆਪ ਸਮਝਣ ਦੀ ਕੋਸ਼ਿਸ਼ ਕਰੀਏ, ਜਾਂ ਦੂਸਰੇ ਪਾਸੇ ਉਹ ਲੋਕ ਜਿਹੜੇ ਇਹਨਾਂ ਗ੍ਰੰਥਾਂ ਨੂੰ ਪੜ੍ਹ ਨਹੀਂ ਸਕਦੇ ਜਾਂ ਵੱਖਰੀਆਂ ਭਾਸ਼ਾਵਾਂ ਪੜ੍ਹਦੇ ਨੇ ਅਤੇ ਉਹਨਾਂ ਦੇ ਮਨ ਦੇ ਵਿੱਚ ਇਹ ਇੱਛਾ ਹੁੰਦੀ ਹੈ ਅਸੀਂ ਕਿਸੇ ਖਾਸ ਗ੍ਰੰਥ ਨੂੰ ਪੜ੍ਹੀਏ। ਕੀ ਉਹਨਾਂ ਨੂੰ ਕੋਈ ਸੇਧ ਨਹੀਂ ਮਿਲ ਸਕਦੀ? ਯਕੀਨਨ ਤੌਰ 'ਤੇ ਜੇ ਅਸੀਂ ਇਹਨਾਂ ਗ੍ਰੰਥਾਂ ਵੱਲ ਦੇਖਦੇ ਹਾਂ, ਅਧਿਆਤਮਿਕਤਾ ਬਾਰੇ ਜਾਣਕਾਰੀ ਜ਼ਰੂਰ ਮਿਲਦੀ ਹੈ, ਪਰ ਫਿਰ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੇ ਭੰਬਲ ਭੂਸੇ ਦੇ ਵਿੱਚ ਫਸੇ ਰਹਿੰਦੇ ਹਾਂ। ਇਸ ਸਾਰੇ ਕਾਸੇ ਦੌਰਾਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਉਹਨਾਂ ਵਿਅਕਤੀਆਂ ਦੇ ਨਾਲ ਗੱਲਬਾਤ ਕੀਤੀ ਜਾਵੇ
ਜਿਹੜੇ ਇਸ ਸਿਲਸਿਲੇ ਦੇ ਵਿੱਚ ਡੂੰਘੀ ਖੋਜ ਕਰਦੇ ਨੇ। ਮੈਂ ਆਪਣੇ ਨਾਲ ਸ਼ਾਮਿਲ ਕਰ ਰਹੀ ਹਾਂ ਡਾਕਟਰ ਜਗਬੀਰ ਸਿੰਘ ਹੁਣਾਂ ਨੂੰ। ਡਾਕਟਰ ਜਗਬੀਰ ਸਿੰਘ ਹੁਣੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਦੇ ਵਿੱਚ ਚਾਂਸਲਰ ਦੇ ਵਜੋਂ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਇਹਨਾਂ ਦਾ ਲੰਬਾ ਤਜਰਬਾ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਡਿਪਾਰਟਮੈਂਟ ਦੇ ਹੈੱਡ ਰਹੇ ਨੇ। ਬਹੁਤ ਸਾਰੀਆਂ ਕਿਤਾਬਾਂ ਲਿਖ ਚੁੱਕੇ ਨੇ ਅਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈ ਉਹ ਇਹਨਾਂ ਦੀ PhD ਦਾ ਵਿਸ਼ਾ ਵੀ ਰਹੀ ਹੈ। ਅੱਜ ਇਹਨਾਂ ਦੀ ਇਸ ਸਾਰੀ ਜਾਣਕਾਰੀ ਅਤੇ ਤਜਰਬੇ ਤੋਂ ਲਾਹਾ ਲੈਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਜਗਬੀਰ ਜੀ ਆਇਆਂ ਨੂੰ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ। ਸਭ ਤੋਂ ਪਹਿਲਾਂ ਮੈਂ ਇਹ ਚਾਹੁੰਦੀ ਕਿ ਸਾਡੇ ਸੁਣਨ ਵਾਲਿਆਂ ਨੂੰ ਥੋੜ੍ਹਾ ਜਿਹਾ ਤੁਸੀਂ ਇਹ ਆਪਣੇ ਬਾਰੇ ਦੱਸ ਸਕੋ ਕਿ ਤੁਸੀਂ ਗੁਰਬਾਣੀ ਦੀ ਸਟੱਡੀ ਕਿਵੇਂ ਸ਼ੁਰੂ ਕੀਤੀ? ਗੁਰਬਾਣੀ ਦੀ ਜਿਹੜੀ ਸਟੱਡੀ ਹੈ, ਉਹਦਾ ਅਧਿਐਨ ਹੈ, ਉਹ ਮੈਂ ਇੱਕ ਅਜੀਬ ਕਿਸਮ ਦੇ ਸਿਚੁਏਸ਼ਨ 'ਚ ਸ਼ੁਰੂ ਕੀਤੀ ਹੈ। ਮੈਂ ਕਈ ਵਾਰ ਇਹ ਵੀ ਕਹਿਣਾ ਕਿ ਮੈਂ ਗੁਰਬਾਣੀ ਦਾ ਐਕਸੀਡੈਂਟਲ ਸਕਾਲਰ ਹਾਂ। ਐਕਸੀਡੈਂਟਲ ਇਸ ਕਰਕੇ ਮੈਂ ਕਹਿਣਾ ਕਿਉਂਕਿ ਗੁਰਬਾਣੀ ਦੇ ਅਧਿਐਨ ਨਾਲ ਅੱਜ ਤੋਂ ਕੋਈ 52 ਸਾਲ ਪਹਿਲਾਂ ਜੁੜਨ ਤੋਂ ਪਹਿਲਾਂ ਮੈਂ ਮਾਰਕਸਿਜ਼ਮ ਦੀ ਫਿਲਾਸਫੀ ਦੇ ਨਾਲ ਜੁੜਿਆ ਅਤੇ ਮਾਰਕਸਿਜ਼ਮ ਨੇ ਜਿੱਥੇ ਜ਼ਿੰਦਗੀ ਦੇ ਬਾਰੇ ਇੱਕ ਵਿਗਿਆਨਕ ਫਲਸਫਾ ਦਿੱਤਾ ਹੈ, ਉੱਥੇ ਮਾਰਕਸਵਾਦ ਦਾ ਜਿਹੜਾ ਧਰਮ ਦੇ ਬਾਰੇ ਇੱਕ ਜਿਹੜਾ ਵਤੀਰਾ ਹੈ ਉਹ ਨਕਾਰਾਤਮਕ ਹੈ ਕਿਸੇ ਹੱਦ ਤੱਕ। ਉਹ ਮਤਲਬ ਹੈ ਕਿ ਆਮ ਤੁਸੀਂ ਕਹਿੰਦੇ ਆ ਕਿ ਉਹਨਾਂ ਨੇ ਕਿਹਾ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਪੀਪਲ। ਯਾਨੀ ਧਰਮ ਜਿਹੜਾ ਨਾ ਉਹ ਮਤਲਬ ਹੈ ਕਿ ਲੋਕਾਂ ਦੇ ਲਈ ਅਫੀਮ ਵਰਗੀ ਚੀਜ਼ ਹੈ। ਉਹ ਬੰਦੇ ਦੀ ਚੇਤਨਾ ਨੂੰ ਸੁਲਾ ਦਿੰਦੀ ਹੈ, ਸਮਾਜਿਕ ਚੇਤਨਾ ਨੂੰ ਕੁੰਡਾ ਕਰਦੀ ਹੈ। ਅਤੇ ਮੈਂ ਤਾਂ ਸੱਚੀ ਗੱਲ ਹੈ ਕਿ ਮੈਂ MA ਕੀਤੀ ਪੰਜਾਬੀ ਦੇ ਵਿੱਚ। ਸਾਡਾ ਇਹ ਹੁੰਦਾ ਵੀ ਕੈਰੀਅਰ ਬਣਾਉਣ ਲਈ PhD ਵੀ ਕਰਨੀ ਹੈ ਜੀ। ਅਤੇ ਮੈਂ ਐਕਸੀਡੈਂਟਲੀ ਜਦੋਂ ਆਪਣੇ ਸੁਪਰਵਾਈਜ਼ਰ ਨੂੰ ਮਿਲਿਆ, ਉਹਨਾਂ ਨੇ ਮੈਨੂੰ ਟੌਪ ਕੇ ਦਿੱਤਾ ਕਿ ਗੁਰੂ ਨਾਨਕ ਬਾਣੀ ਵਿੱਚ ਨੈਤਿਕਤਾ ਦੇ ਸੰਕਲਪ ਬਾਰੇ ਗੱਲ ਕੀਤੀ ਜਾਵੇ। ਅਤੇ ਉਸ ਗੱਲ ਨੂੰ ਲੈ ਕੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਮੈਂ ਗੁਰੂ ਨਾਨਕ ਬਾਣੀ ਦੇ ਨਾਲ ਅਧਿਐਨ ਦਾ ਰਿਸ਼ਤਾ ਜੋੜਿਆ, ਮੈਨੂੰ ਲੱਗਿਆ ਕਿ ਮਾਰਕਸ ਨੇ ਜਿਹੜੀ ਗੱਲ ਧਰਮ ਬਾਰੇ ਕਹੀ ਸੀ ਉਹ ਪੂਰੀ ਤਰ੍ਹਾਂ ਸੱਚ ਨਹੀਂ ਸੀ। ਅੱਛਾ। ਘੱਟੋ ਘੱਟ ਉਹ ਸਾਡੇ ਧਰਮਾਂ ਬਾਰੇ, ਭਾਰਤ ਦੇ ਜਿੰਨੇ ਵੀ 4 ਧਰਮ ਨੇ ਉਹਨਾਂ ਦੇ ਉੱਪਰ ਲਾਗੂ ਨਹੀਂ ਹੁੰਦੀ। ਉਹ ਜਿਹੜੀ ਅਬਰਾਮਿਕ ਰਿਲੀਜਨਸ ਨੇ ਉਹਨਾਂ ਦੇ ਉੱਪਰ ਲਾਗੂ ਇਸ ਕਰਕੇ ਹੁੰਦੀ ਹੈ ਕਿਉਂਕਿ ਉਹ ਫੇਥ ਬੇਸਡ ਰਿਲੀਜਨ ਨੇ। ਯਾਨੀ ਉਹ ਬਾਕੀ ਜਿਵੇਂ ਜੂਡਾਇਜ਼ਮ ਹੈ, ਕ੍ਰਿਸਚੈਨਿਟੀ ਹੈ, ਇਸਲਾਮ ਹੈ, ਅਸੀਂ ਉਹਨਾਂ ਦੀ ਕੋਈ ਕ੍ਰਿਟਿਸਿਜ਼ਮ ਨਹੀਂ ਕਰ ਰਹੇ, ਲੇਕਿਨ ਉਹਨਾਂ ਦੀ ਜਿਹੜੀ ਸੱਭਿਆਚਾਰਕ ਜਿਹੜੀ ਬਣਤਰ ਹੈ ਉਹ ਇਹ ਹੈ ਕਿ ਉਹ ਇੱਕ ਟ੍ਰਾਂਸੈਂਡੈਂਟ ਗੋਡ ਦੇ ਵਿੱਚ ਵਿਸ਼ਵਾਸ ਤੋਂ ਆਪਣੀ ਗੱਲ ਸ਼ੁਰੂ ਕਰਦੇ ਨੇ, ਜਦੋਂ ਕਿ ਉਹਨੂੰ ਕਹਿ ਸਕਦੇ ਹਾਂ ਗੋਡ ਸੈਂਟਰਡ ਸੋਚ ਹੈ। ਅੱਛਾ। ਲੇਕਿਨ ਜਿਹੜੇ ਭਾਰਤੀ ਧਰਮ ਨੇ ਉਹ ਬ੍ਰਹਮ ਕੇਂਦਰਿਤ ਨੇ। ਅਤੇ ਬ੍ਰਹਮ ਕੇਂਦਰਿਤ ਦਾ ਮਤਲਬ ਹੈ ਕਿ ਬ੍ਰਹਮ ਜਿਹੜਾ ਉਹ ਅਲਟੀਮੇਟ ਰਿਐਲਿਟੀ ਦਾ ਸਿੰਬਲ ਹੈ। ਹੁਣ ਦੇਖੋ, ਗੁਰੂ ਨਾਨਕ ਦੇਵ ਜੀ ਦੀ ਬਾਣੀ ਜਦੋਂ ਮੈਂ ਸ਼ੁਰੂ ਕੀਤੀ ਜੀ, ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਸੁਭਾਅ ਬਾਰੇ ਇੱਕ ਸੂਤਰ ਵਿੱਚ ਗੱਲ ਕਹੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਗਾਵੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਕਿ ਮੈਂ ਜੋ ਇਹ ਗਾ ਰਿਹਾ ਹਾਂ ਇਹ ਕੋਈ ਗੀਤ ਨਹੀਂ ਹੈ, ਨਾ ਕੋਈ ਬਿਰਹੜਾ ਹੈ। ਬਿਰਹੜਾ ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਗੀਤ ਦੀ ਇੱਕ ਵੰਨਗੀ ਹੈ। ਤੇ ਹੈ ਕੀ ਹੈ ਉਹ ਕਿ ਨਾਨਕ ਬ੍ਰਹਮ ਵਿਚਾਰੋ। ਇਹ ਮੈਂ ਤਾਂ ਬ੍ਰਹਮ ਬਾਰੇ ਵਿਚਾਰ ਕਰ ਰਿਹਾ। ਫਿਰ ਮੈਂ ਗੁਰੂ ਨਾਨਕ ਬਾਣੀ ਤੋਂ ਪਹਿਲਾਂ ਭਗਤ ਕਬੀਰ ਜੀ ਨੇ ਵੀ ਇਹੋ ਜਿਹੀ ਗੱਲ ਕਹੀ। ਭਗਤ ਕਬੀਰ ਜੀ ਨੇ ਇੱਕ ਸੂਤਰ ਵਿੱਚ ਗੱਲ ਕਹੀ ਕਿ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਫਿਰ ਮੈਂ ਇੱਕਦਮ ਮੇਰੇ ਦਿਮਾਗ 'ਚ ਆਇਆ ਵੀ ਗੁਰੂ ਨਾਨਕ ਬਾਣੀ ਨੂੰ ਜਾਂ ਬਾਣੀ ਨੂੰ ਜੀ ਪੜ੍ਹਨ ਦਾ ਢੰਗ ਕੀ ਹੋਣਾ ਚਾਹੀਦਾ? ਕੀ ਇਹਨੂੰ ਸ਼ਾਇਰੀ ਵਾਂਗ ਪੜ੍ਹੀਏ, ਸੰਗੀਤ ਵਾਂਗ ਪੜ੍ਹੀਏ, ਜਾਂ ਫਿਲਾਸਫੀ ਵਾਂਗ ਪੜ੍ਹੀਏ? ਫਿਲਾਸਫੀ ਬਾਹਰੋਂ ਤਾਂ ਫਿਲਾਸਫੀ ਨਜ਼ਰ ਨਹੀਂ ਆਉਂਦੀ, ਨਜ਼ਰ ਤਾਂ ਇਹ ਸ਼ਾਇਰੀ ਹੈ ਅਤੇ ਰਚੀ ਸੰਗੀਤ ਵਿੱਚ ਹੋਈ ਹੈ। ਫਿਰ ਮੈਂ ਮਹਿਸੂਸ ਕੀਤਾ ਕਿ ਗੁਰਬਾਣੀ ਸ਼ਾਇਰੀ ਅਤੇ ਸੰਗੀਤ ਦੇ ਮਾਧਿਅਮ ਰਾਹੀਂ ਦਾਰਸ਼ਨਿਕ ਗੱਲਾਂ ਕਰਦੀ ਹੈ ਅਤੇ ਉਹ ਫਿਰ ਦਾਰਸ਼ਨਿਕ ਗੱਲਾਂ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਨੇ। ਜ਼ਿੰਦਗੀ ਨੂੰ ਦਿਸ਼ਾ ਔਰ ਜਿਹੜਾ ਸੰਦੇਸ਼ ਦੇਣ ਦੇ ਲਈ ਜਿਹੜਾ ਇਹ ਗੁਰਬਾਣੀ ਦਾ ਪੂਰਾ ਪ੍ਰਵਚਨ ਇਹ ਗਿਆਨ ਦਾ ਪ੍ਰਵਚਨ ਹੈ, ਪਰ ਇਹ ਕੋਈ ਸਧਾਰਨ ਗਿਆਨ ਨਹੀਂ, ਇਹ ਪਰਮ ਗਿਆਨ ਹੈ। ਅਤੇ ਮੈਂ ਤਾਂ ਜਦੋਂ ਇਸ ਨੁਕਤੇ ਤੋਂ ਦੇਖਿਆ ਫਿਰ ਮੈਂ ਮਹਿਸੂਸ ਕੀਤਾ ਜੇ
ਗੁਰਬਾਣੀ ਨੂੰ ਪੜ੍ਹਨਾ ਹੈ ਤੇ ਵਿਚਾਰਨਾ ਹੈ ਤੇ ਮਨੁੱਖੀ ਜ਼ਿੰਦਗੀ ਦੇ ਨਾਲ ਉਹਦਾ ਸਰੋਕਾਰ ਜੋੜਨਾ ਹੈ, ਤਾਂ ਇਸੇ ਨੁਕਤੇ ਤੋਂ ਵਿਚਾਰਨ ਦੀ ਲੋੜ ਹੈ ਕਿ ਇਹ ਐਸਾ ਗਿਆਨ ਹੈ ਕਿ ਜਿਹੜਾ ਜੀਵਨ ਦੇ ਬਹੁਤ ਸਾਰੇ ਮਸਲਿਆਂ ਨੂੰ ਸੁਲਝਾਉਣ ਦੇ ਲਈ ਅੰਤਰਦ੍ਰਿਸ਼ਟੀਆਂ ਦਿੰਦਾ ਹੈ। ਇਹ ਕੋਈ ਫਾਰਮੂਲਾ ਨਹੀਂ ਦਿੰਦਾ, ਇਹ ਤੁਹਾਡੀ ਨਜ਼ਰ ਨੂੰ ਇੱਕ ਐਸੀ ਚਿਣਕ ਦਿੰਦਾ ਰੌਸ਼ਨੀ ਦੀ, ਜਿਹਦੇ ਨਾਲ ਮਸਲੇ ਜਿਹੜੇ ਨੇ ਉਹ ਆਪੇ ਥਾਂ ਟਿਕਾਣੇ ਟਿਕ ਜਾਂਦੇ। ਅੱਛਾ, ਹੁਣ ਗੁਰਬਾਣੀ ਦਾ ਅਧਿਐਨ ਤੁਸੀਂ ਕੀਤਾ, ਇੰਨੇ ਸਾਲ ਹੋ ਗਏ, ਕਈ ਦਹਾਕੇ ਹੋ ਗਏ ਤੁਹਾਨੂੰ ਅਧਿਐਨ ਕਰਦਿਆਂ ਨੂੰ। ਇਹਦੇ ਦੌਰਾਨ ਤੁਸੀਂ ਸਾਡੇ ਪੂਰੇ ਸੰਸਾਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਤਬਦੀਲੀਆਂ ਦੇਖੀਆਂ। ਜਿਸ ਵੇਲੇ ਅਸੀਂ ਤਬਦੀਲੀਆਂ ਦੇਖਦੇ ਹਾਂ, ਅਸੀਂ ਕਹਿੰਦੇ ਕਿ ਸਮੇਂ ਦੀ ਚਾਲ ਦੇ ਨਾਲ ਚੱਲਦੇ ਰਹਿਣਾ ਚਾਹੀਦਾ, ਜਿਹੜੀਆਂ ਤਬਦੀਲੀਆਂ ਆ ਉਹ ਅਪਣਾਉਣੀਆਂ ਚਾਹੀਦੀਆਂ। ਪਰ ਜਿਸ ਵੇਲੇ ਆਪਾਂ ਕਿਸੇ ਗ੍ਰੰਥ ਦੀ ਗੱਲ ਕਰਦੇ ਹਾਂ, ਕਿਉਂਕਿ ਹੁਣ ਆਪਾਂ ਗੁਰਬਾਣੀ ਦੇ ਹੀ ਸੰਬੰਧ ਦੇ ਵਿੱਚ ਗੱਲ ਕਰ ਰਹੇ ਹਾਂ, ਬਹੁਤ ਲੋਕ ਆ ਜਿਹੜੇ ਪੜ੍ਹਦੇ ਨੇ, ਅਧਿਐਨ ਕਰਦੇ ਨੇ, ਅਪਣਾਉਂਦੇ ਨੇ, ਤੇ ਦੂਸਰੇ ਪਾਸੇ ਉਹਨਾਂ ਲੋਕਾਂ ਦੀ ਵੀ ਗਿਣਤੀ ਹੈ, ਉਹ ਕਹਿੰਦੇ ਕਿ ਵੀ ਇਹ ਜੇ ਇਹਨੂੰ ਆਪਾਂ ਇੱਕ ਪੋਇਟਰੀ ਵਾਂਗ, ਜਿਵੇਂ ਸ਼ਾਇਰੀ ਦੀ ਤੁਸੀਂ ਗੱਲ ਕੀਤੀ ਹੈ, ਸ਼ਾਇਰੀ ਵੀ ਮੰਨ ਲਈਏ ਤਾਂ ਵੀ ਇਹ ਉਸ ਸਮੇਂ ਦੇ ਹਿਸਾਬ ਦੇ ਨਾਲ ਲਿਖੀ ਗਈ ਹੈ, ਉਸ ਸਮੇਂ ਦੇ ਵਿੱਚੋਂ ਰੈਫਰੈਂਸਿਸ ਲਏ ਗਏ ਆ, ਉਸ ਸਮੇਂ ਰੈਲੇਵੈਂਟ ਸੀ। ਕਿ ਅੱਜ ਵੀ ਗੁਰਬਾਣੀ ਦੀ ਜਿਹੜੀ ਰੈਲੇਵੈਂਸ ਹੈ ਉਹ ਓਨੀ ਹੀ ਇੰਪੋਰਟੈਂਟ ਹੈ, ਜਾਂ ਇਹਦੀ ਰੈਲੇਵੈਂਸ ਦੇ ਉੱਤੇ ਜਿਹੜੇ ਲੋਕ ਸਵਾਲ ਉਠਾਉਂਦੇ ਆ ਉਹਨਾਂ ਦਾ ਨਜ਼ਰੀਆ ਵੀ ਸਹੀ ਹੈ? ਪਹਿਲੀ ਗੱਲ ਤਾਂ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਗੁਰਬਾਣੀ ਨੂੰ ਅਸੀਂ ਸ਼ਾਇਰੀ ਵੀ ਕਹਿ ਸਕਦੇ ਹਾਂ, ਕਿਉਂਕਿ ਮੱਧਕਾਲੀ ਪੰਜਾਬੀ ਸਾਹਿਤ ਦਾ ਇਹ ਅੰਗ ਹੈ। ਅਸੀਂ ਯੂਨੀਵਰਸਿਟੀਆਂ ਦੇ ਵਿੱਚ ਗੁਰਬਾਣੀ ਨੂੰ ਮੱਧਕਾਲੀ ਸਾਹਿਤ ਦੇ ਰੂਪ ਵਿੱਚ ਵੀ ਪੜ੍ਹਾਉਂਦੇ ਹਾਂ। ਅੱਛਾ, ਪਰ ਮਤਲਬ ਸਮਝਣ ਦੀ ਗੱਲ ਇਹ ਹੈ ਕਿ ਸ਼ਾਇਰੀ ਜਾਂ ਕਵਿਤਾ ਇਹਦਾ ਮਾਧਿਅਮ ਹੈ, ਮਨੋਰਥ ਨਹੀਂ। ਤੇ ਮਨੋਰਥ ਤਾਂ ਇਹਦਾ ਹੈਗਾ ਦਾਰਸ਼ਨਿਕ ਚਿੰਤਨ, ਤੇ ਇਹਦਾ ਮੁਹਾਵਰਾ ਕਵਿਤਾ ਵਾਲਾ, ਤੇ ਨਾਲ ਸੰਗੀਤ ਦਾ ਐਲੀਮੈਂਟ ਇਹਦੇ ਨਾਲ ਜੁੜਿਆ ਹੋਇਆ ਹੈ, ਤੇ ਜਿਹੜਾ ਇਸ ਦੇ ਅਰਥਾਂ ਨੂੰ ਹੋਰ ਗਹਿਰਾਈ ਦਿੰਦਾ ਹੈ। ਜਿਹੜੀ ਗੱਲ ਤੁਸੀਂ ਕਹੀ ਹੈ ਵੀ ਇਹਦੀ ਅੱਜ ਦੇ ਬੰਦੇ ਲਈ ਵੀ ਕੋਈ ਸਾਰਥਕਤਾ ਹੈ ਜਾਂ ਉਦੋਂ ਹੀ ਸੀ, ਮੈਂ ਇਹ ਸਮਝਦਾ ਕਿ ਜਿਹੜਾ ਦਾਰਸ਼ਨਿਕ ਚਿੰਤਨ ਹੁੰਦਾ ਨਾ, ਉਹ ਸਦੀਵੀ ਸਾਰਿਆਂ ਸਮਿਆਂ ਲਈ ਰੈਲੇਵੈਂਟ ਹੁੰਦਾ। ਉਹ ਕਿਸੇ ਇੱਕ ਸਮੇਂ ਦੀ ਗੱਲ ਨਹੀਂ, ਉਹਦਾ ਸੰਦੇਸ਼ ਸਰਬਕਾਲੀ ਹੁੰਦਾ। ਕਿਉਂਕਿ ਉਸ ਨੇ ਮਨੁੱਖ ਨੂੰ ਉਹਦੇ ਮਸਲਿਆਂ ਨੂੰ, ਜਿਹੜੇ ਸਦੀਵੀ ਮਸਲੇ ਨੇ ਜ਼ਿੰਦਗੀ ਦੇ, ਹੋਂਦ ਦੇ, ਉਹਨਾਂ ਨੂੰ ਲੈ ਕੇ ਸਾਨੂੰ ਕੁਝ ਅੰਤਰਦ੍ਰਿਸ਼ਟੀਆਂ ਦੇਣੀਆਂ। ਪਹਿਲੀ ਗੱਲ ਤਾਂ ਗੁਰਬਾਣੀ ਜਿਹੜੀ ਹੈ ਨਾ, ਮੈਂ ਜਿਵੇਂ ਕਿਹਾ ਵੀ ਇਹ ਸਾਨੂੰ ਕੋਈ ਮਸਲਿਆਂ ਦਾ ਸਮਾਧਾਨ ਨਹੀਂ ਦਿੰਦੀ, ਲੇਕਿਨ ਉਹ ਮਸਲਿਆਂ ਦਾ ਸਮਾਧਾਨ ਕਰਨ ਲਈ ਸਾਨੂੰ ਦ੍ਰਿਸ਼ਟੀ ਦਿੰਦੀ ਹੈ। ਉਹ ਸਾਡਾ ਜਿਵੇਂ ਫਿਲਾਸਫੀ ਦਾ, ਜਿਹੜੀ ਭਾਰਤੀ, ਜਿਵੇਂ ਦੇਖੋ ਵੈਸਟ ਦੇ ਵਿੱਚ ਫਿਲਾਸਫੀ ਨੂੰ ਕਿਹਾ ਜਾਂਦਾ ਫਿਲੋਸੋਫੀਆ, ਲਵ ਆਫ ਵਿਜ਼ਡਮ। ਸਾਡੀ ਪਰੰਪਰਾ 'ਚ ਫਿਲਾਸਫੀ ਨਹੀਂ, ਦਰਸ਼ਨ ਹੈ। ਤੇ ਦਰਸ਼ਨ ਦੀ ਪਰਿਭਾਸ਼ਾ ਬੜੀ ਖੂਬਸੂਰਤ ਹੈ ਕਿ ਦ੍ਰਿਸ਼ਯਤੇ ਹੀ ਅਨੇਨ ਇਤੀ ਦਰਸ਼ਨਮ। ਸੰਸਕ੍ਰਿਤ 'ਚ ਹੈ, ਕਿਉਂਕਿ ਸਾਡੀ ਫਿਲਾਸਫੀ ਦੀ ਧਾਰਨਾ ਜਿਹੜੀ ਉਹ ਸਾਡੇ ਕਲਾਸੀਕਲ। ਇਹਦਾ ਮਤਲਬ ਇਹ ਹੈ ਕਿ ਦਰਸ਼ਨ ਉਹ ਦ੍ਰਿਸ਼ਟੀ ਹੈ ਜਿਹਦੇ ਨਾਲ ਅਸੀਂ ਦੁਨੀਆ ਦੇ ਸੱਤ ਅਸੱਤ ਦਾ, ਸ਼ੁਭ ਅਸ਼ੁਭ ਦਾ, ਸੁੰਦਰ ਅਸੁੰਦਰ ਦਾ ਨਿਰਣਾ ਕਰਦੇ ਹਾਂ। ਤੇ ਇਸ ਤਰ੍ਹਾਂ ਮਤਲਬ ਮੈਂ ਇਹ ਸਮਝਦਾ ਕਿ ਇਹਦਾ ਸਰੋਕਾਰ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਨਾਲ ਜੁੜਿਆ ਹੈ। ਮੈਂ ਜਦੋਂ ਕਿਉਂਕਿ ਮੈਂ 50-60 ਸਾਲ ਤੋਂ ਗੁਰਬਾਣੀ ਦੇ ਔਰ ਰਿਲੀਜੀਅਸ ਸਟੱਡੀਜ਼ ਦੀ ਜਿਹੜੀ ਕੰਪੈਰੀਟਿਵ ਸਟੱਡੀ ਉਹਦੇ ਨਾਲ ਜੁੜਿਆ ਹੋਇਆ ਹਾਂ, ਤੇ ਮੈਨੂੰ ਜਦੋਂ ਮੈਂ ਦੇਖਿਆ ਕਿ ਗੁਰਬਾਣੀ ਨੂੰ ਤਾਂ ਅਸੀਂ ਪੜ੍ਹਦੇ ਹਾਂ ਨਾ, ਇਸੇ ਪਾਰਟ ਆਫ ਰਿਲੀਜੀਅਸ ਸਟੱਡੀਜ਼, ਤੇ ਰਿਲੀਜੀਅਸ ਸਟੱਡੀਜ਼ ਬਾਰੇ ਜਿਹੜੇ ਸਾਡੇ ਸਮਕਾਲੀ ਚਿੰਤਕ ਨੇ, ਦੋ ਗੱਲਾਂ ਬੜੀਆਂ ਖੂਬਸੂਰਤ ਕਹੀਆਂ ਕਿ ਰਿਲੀਜੀਅਸ ਸਟੱਡੀ ਦਾ ਮਨੋਰਥ ਕੀ ਹੈ। ਉਹ ਕਹਿੰਦੇ ਨੇ ਕਿ ਰਿਲੀਜਨ ਇਜ਼ ਦਾ ਸਰਚ ਫਾਰ ਫਾਈਨਲ ਮੀਨਿੰਗ ਇਨ ਲਾਈਫ। ਕਿ ਧਰਮ ਜਿਹੜਾ ਹੈ ਉਹ ਜ਼ਿੰਦਗੀ ਦੇ ਅੰਤਮ ਅਰਥਾਂ ਦੀ ਤਲਾਸ਼ ਦਾ ਨਾਮ ਹੈ। ਇੱਕ ਜਿਹੜਾ ਬੰਦਾ ਕਹਿੰਦਾ, ਉਹ ਕਹਿੰਦਾ ਕਿ ਰਿਲੀਜਨ ਇਜ਼ ਦਾ ਅਲਟੀਮੇਟ ਕੰਸਰਨ ਆਫ ਮੈਨ। ਯਾਨੀ ਤੁਸੀਂ ਦੇਖੋ, ਇੱਕ ਤਾਂ ਸਾਡੀ ਜ਼ਿੰਦਗੀ ਦੇ ਰੋਜ਼ਮਰਰਾ ਦੇ ਮਸਲੇ ਨੇ, ਉਹ ਯੂਟਿਲਿਟੇਰੀਅਨ ਨੇ, ਵੀ ਆਹ ਚੀਜ਼ ਸਾਨੂੰ ਕੁਛ ਹੈ, ਪ੍ਰੋਬਲਮ ਹੋ ਗਈ ਤੇ ਉਹਦਾ ਇੱਕ ਸਮਾਧਾਨ ਲੱਭੋ। ਇਹ ਮਸਲੇ ਰਿਲੀਜਨ ਦੇ ਨਹੀਂ ਹੈਗੇ। ਰਿਲੀਜਨ ਤੁਹਾਨੂੰ ਇੱਕ ਐਸੇ ਪੈਡੈਸਟਲ 'ਤੇ ਖੜਾ ਕਰ ਦਿੰਦਾ ਜਿੱਥੇ ਤੁਸੀਂ ਆਪਣੀ ਚੇਤਨਾ ਨੂੰ ਇਸ ਤਰ੍ਹਾਂ ਸਮਰੱਥ ਬਣਾ ਲੈਂਦੇ ਹੋ ਕਿ ਇਹ ਸਾਰੇ ਮਸਲੇ ਜਿਹੜੇ ਨੇ ਆਪਣੇ ਆਪ ਸੋਲਵ ਹੁੰਦੇ ਜਾਂਦੇ ਨੇ। ਯਾਨੀ ਇਹ ਇੱਕ ਤੁਹਾਨੂੰ ਦ੍ਰਿਸ਼ਟੀ ਪ੍ਰਦਾਨ ਕਰਦੀ ਹੈ। ਉਹ ਦ੍ਰਿਸ਼ਟੀ ਤੁਹਾਨੂੰ ਜ਼ਿੰਦਗੀ ਜਿਉਣ ਦੀ ਜਾਂਚ ਸਿਖਾਉਂਦੀ ਹੈ, ਤੇ ਇਸ ਰੂਪ ਵਿੱਚ ਮੈਂ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਅੱਛਾ, ਹੁਣ ਉਹ ਸਮਾਂ ਹੋਰ ਸੀ ਜਦੋਂ ਗੁਰਬਾਣੀ ਲਿਖੀ ਗਈ। ਹੁਣ ਜਿਹੜਾ ਸਮਾਂ ਆ ਉਹ ਬਹੁਤ ਜ਼ਿਆਦਾ ਤਬਦੀਲੀ ਆਈ। ਮੈਂ ਪਹਿਲਾਂ ਵੀ ਇਹ ਗੱਲ ਕਰਕੇ ਹਟੀ ਹਾਂ, ਮੈਨੂੰ ਇਹ ਗੱਲ ਦੁਹਰਾਉਣੀ ਪੈ ਰਹੀ ਹੈ ਕਿਉਂਕਿ ਜਿਸ ਵੇਲੇ ਅਸੀਂ, ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਹੁਣ ਤਾਂ ਸਮਾਂ ਉਹ ਆ ਗਿਆ ਜਦੋਂ ਸਾਡੇ ਕੋਲ ਟਰਾਂਸਲੇਸ਼ਨ ਵੀ ਮੌਜੂਦ ਆ, ਜਦੋਂ ਵੱਖ-ਵੱਖ ਤਰ੍ਹਾਂ ਦੀਆਂ ਇੰਟਰਪ੍ਰੀਟੇਸ਼ਨਸ ਵੀ ਮੌਜੂਦ ਹੈਗੀਆਂ। ਹੁਣ ਇਹ ਜ਼ਰੂਰੀ ਨਹੀਂ ਕਿ ਗੁਰਬਾਣੀ ਪੜ੍ਹਨ ਲਈ ਜਾਂ ਸੁਣਨ ਲਈ ਸਿਰਫ ਤੁਹਾਨੂੰ ਗੁਰਦੁਆਰਾ ਸਾਹਿਬ ਹੀ ਜਾਣਾ ਪੈਣਾ। ਜਦੋਂ ਆਪਾਂ ਪ੍ਰਕਾਸ਼ ਦੀ ਗੱਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਏ ਨੇ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਜਾਂ ਉਹ ਕਿਸੇ ਦੇ ਘਰ ਦੇ ਵਿੱਚ ਨੇ, ਹੁਣ ਲੋਕ ਹੱਥਾਂ ਦੇ ਵਿੱਚ ਮੋਬਾਈਲ ਫੋਨਸ ਦੇ ਵਿੱਚ ਲੈ ਕੇ ਫਿਰਦੇ ਨੇ। ਸੋ ਪ੍ਰਕਾਸ਼ ਉਹ ਜਿਹੜਾ ਉਹ ਇੱਕ ਤਰੀਕੇ ਦੇ ਨਾਲ ਕਿਤੇ ਵੀ ਹੋ ਸਕਦਾ। ਨਵੀਂ ਜਨਰੇਸ਼ਨ ਬਹੁਤ ਸਾਰੇ ਰਿਚੁਅਲਸ 'ਤੇ ਵੀ ਸਵਾਲ ਉਠਾਉਂਦੀ ਹੈ ਕਿ ਸਾਨੂੰ ਸਵਾਲਾਂ ਦੇ ਜਵਾਬ ਚਾਹੀਦੇ ਆ। ਜਿਹੜੇ ਰਿਚੁਅਲਸ ਅਸੀਂ ਗੁਰਬਾਣੀ ਦੇ ਨਾਲ ਵੀ ਜੋੜ ਲਏ ਆ ਕਿ ਗੁਰਬਾਣੀ ਕਿਵੇਂ ਪੜ੍ਹੀ ਜਾਣੀ ਚਾਹੀਦੀ ਆ, ਕਿੱਥੇ ਬੈਠ ਕੇ ਪੜ੍ਹੀ ਜਾਣੀ ਚਾਹੀਦੀ ਆ, ਕਿੱਦਾਂ ਇੰਟਰਪ੍ਰੇਟ ਕੀਤੀ ਜਾਣੀ ਚਾਹੀਦੀ ਆ, ਸਾਡਾ ਸੋਰਸ ਕੀ ਹੋਵੇ ਸਹੀ ਜਾਣਕਾਰੀ ਦਾ, ਜੇ ਉਹ ਵੀ ਦੱਸ ਸਕੋ। ਮੈਂ ਇਹ ਤਾਂ ਬਹੁਤ ਵਧੀਆ ਪ੍ਰਸ਼ਨ ਤੁਸੀਂ ਉਠਾਇਆ ਹੈ ਕਿ ਦੇਖੋ ਗੁਰਬਾਣੀ ਜਿਹੜੀ ਹੈ ਨਾ ਉਹ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਦੇ ਦੌਰਾਨ ਸੰਤਾਂ ਭਗਤਾਂ ਤੇ ਗੁਰੂ ਸਾਹਿਬਾਨ ਦੀ ਰਚਨਾ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਈ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਾਠ ਦੇ ਰੂਪ ਵਿੱਚ। ਇਹਦਾ ਮਤਲਬ ਹੈ ਕਿ ਜਿਹੜਾ ਕਿੱਡਾ ਲੰਮਾ ਸਮਾਂ ਇਹ ਬੀਤ ਗਿਆ ਤੇ ਉਸ ਸਮੇਂ ਦੀ ਜਿਹੜੀ ਭਾਸ਼ਾ ਹੈ, ਉਹਦਾ ਮੁਹਾਵਰਾ ਉਹ ਵੱਖਰਾ ਹੈ। ਇਹ ਦੋ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੇ ਨੇ। ਇਹਦਾ ਮਤਲਬ ਕਿ ਇਹ ਜਿਹੜੀ ਬਾਣੀ ਹੈ ਇਹ ਇੰਟਰਪ੍ਰੀਟੇਸ਼ਨ ਮੰਗਦੀ ਹੈ। ਅੱਛਾ, ਜਦੋਂ ਅੱਜ ਦਾ ਬੰਦਾ ਗੁਰਬਾਣੀ ਨੂੰ ਪੜ੍ਹਦਾ ਹੈ ਉਹਨੂੰ ਇਹਦਾ ਮੁਹਾਵਰਾ ਓਪਰਾ ਲੱਗਦਾ, ਥੋੜ੍ਹਾ ਜਿਹਾ ਓਪਰਾ ਲੱਗਦਾ। ਘੱਟੋ ਘੱਟ ਨਵੀਂ ਜਨਰੇਸ਼ਨ ਜਿਹੜੀ ਸਾਇੰਟੀਫਿਕ ਟਰਮੀਨੋਲੋਜੀ ਸੋਚ ਰਹੀ ਹੈ, ਜਿਹਦੇ ਕੋਲ ਕੰਪਿਊਟਰ ਦੀ ਲੈਂਗੁਏਜ ਹੈ, ਸਾਈਕੋਲੋਜੀ ਹੈ, ਸੋਸ਼ੀਓਲੋਜੀ ਦੇ ਕੰਸਰਨ ਨੇ, ਉਸ ਨੂੰ ਜਦੋਂ ਅਸੀਂ ਗੁਰਬਾਣੀ ਵੈਸੇ ਹੀ ਕਹਿ ਦੇਣ ਵੀ ਗੁਰਬਾਣੀ ਪੜ੍ਹੋ ਤੇ ਉਹਨੂੰ ਸਮਝ ਨਹੀਂ ਆਏਗੀ। ਉਹਦਾ ਕਾਰਨ ਹੈ ਕਿ ਉਹਨੂੰ ਰੀਇੰਟਰਪ੍ਰੈਟ ਕਰਨ ਦੀ ਲੋੜ ਹੈ। ਮੈਂ ਜੋ ਮਹਿਸੂਸ ਕੀਤਾ ਕਿ ਇੱਕ ਤਾਂ ਹੈ ਕਿ ਗੁਰਬਾਣੀ ਦੀ ਵਿਆਖਿਆ, ਇੱਕ ਹੈ ਕਿ ਪੁਨਰ ਵਿਆਖਿਆ। ਮੀਨਸ ਜਿਹੜੇ ਰੈਫਰੈਂਸ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਰੈਫਰੈਂਸਿਸ ਜਿਹੜੇ ਉਹ ਦੇ ਕੇ ਸਮਝਾਇਆ ਜਾਵੇ। ਹਾਂ, ਮਤਲਬ ਹੈ ਕਿ ਦੇਖੋ ਇੱਕ ਗੁਰਬਾਣੀ ਦੀ ਜਿਹੜੀ ਵਿਆਖਿਆ ਨਾ, ਇੱਕ ਤਾਂ ਗੁਰਬਾਣੀ ਦੇ ਵਿੱਚ ਹੀ ਹੁੰਦੀ ਰਹੀ ਹੈ। ਜਿਹੜੇ ਗੁਰੂ ਸਾਹਿਬਾਨ ਨੇ ਆਪਣੇ ਤੋਂ ਪਹਿਲਾਂ ਦੇ ਗੁਰੂਆਂ ਦੀ ਬਾਣੀ ਤੇ ਟਿੱਪਣੀਆਂ ਕਰਦੇ ਰਹੇ ਨੇ ਤੇ ਆਪਣੇ ਆਪ 'ਚ ਇਹ ਵੀ ਵਿਆਖਿਆ ਹੀ ਹੁੰਦੀ ਹੈ। ਫਿਰ ਭਾਈ ਗੁਰਦਾਸ ਜੀ ਤੋਂ ਗੁਰਬਾਣੀ ਨੂੰ, ਉਹਨਾਂ ਦੀ ਬਾਣੀ ਨੂੰ ਅਸੀਂ ਕਹਿੰਦੇ ਗੁਰਬਾਣੀ ਦੀ ਕੁੰਜੀ ਹੈ। ਇਹਦਾ ਮਤਲਬ ਉਹ ਗੁਰਬਾਣੀ ਦੇ ਸੰਦੇਸ਼ ਨੂੰ ਇੱਕ ਵਿਆਖਿਆ ਦਿੰਦੀ ਹੈ, ਇੱਕ ਪ੍ਰਸੰਗ ਦਿੰਦੀ ਹੈ। ਜੇ ਤੁਸੀਂ ਭਾਈ ਗੁਰਦਾਸ ਦੀ ਪਹਿਲੀ ਵਾਰ ਨੂੰ ਪੜ੍ਹੋ ਨਾ, ਉਹ ਗੁਰੂ ਨਾਨਕ ਦੇਵ ਜੀ ਦੇ ਆਮਦ ਤੋਂ ਪਹਿਲਾਂ ਸਾਰੇ ਪ੍ਰਸੰਗ ਨੂੰ ਉਸਾਰ ਕੇ ਫਿਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਪੇਸ਼ ਕਰਦੀ ਹੈ। ਅੱਛਾ, ਹੁਣ ਅੱਜ ਦਾ ਪ੍ਰਸੰਗ ਬਦਲ ਗਿਆ। ਅੱਜ ਦਾ ਮਤਲਬ ਹੈ ਕਿ ਅੱਜ ਦੀ ਲੇਟੈਸਟ ਜਿਹੜੀ ਗੱਲ ਇਹ ਹੈ ਕਿ ਨਵੀਂ ਪੀੜ੍ਹੀ ਨੂੰ ਅਗਰ ਤੁਸੀਂ ਗੁਰਬਾਣੀ ਦੇ ਸੰਦੇਸ਼ ਨੂੰ ਸਮਝਾਉਣਾ ਹੈ ਸਹੀ ਢੰਗ ਨਾਲ, ਤਾਂ ਤੁਹਾਨੂੰ ਰੀਇੰਟਰਪ੍ਰੇਟ ਕਰਨਾ ਪਏਗਾ। ਉਸ ਨਵੇਂ ਮੁਹਾਵਰੇ ਦੇ ਵਿੱਚ ਉਹਨੂੰ ਉਹਦੀ ਨਵੀਂ ਵਿਆਖਿਆ ਕਰਨੀ ਪਵੇਗੀ, ਜਿਹੜੀ ਕਿ ਅੱਜ ਦੀ ਪੀੜ੍ਹੀ ਨੂੰ ਜਿਸ ਤਰ੍ਹਾਂ ਉਹ ਸੋਚਣ ਦੀ ਆਦੀ ਬਣ ਗਈ ਹੈ ਵਿਗਿਆਨਕ ਮਾਹੌਲ, ਉਹਦੇ 'ਚ ਕਰਨੀ ਪਏਗੀ। ਔਰ ਇਹ ਗੱਲ ਪੋਸੀਬਲ ਹੈ। ਕੌਣ ਕਰੂਗਾ ਇਹ ਜਿਹੜੇ ਵਿਦਵਾਨ ਦੋਨਾਂ ਪਰੰਪਰਾ ਨੂੰ ਜਾਣਦੇ ਨੇ, ਇਹ ਵਿਦਵਾਨਾਂ ਦੀ ਜਾਂ ਜਿਹੜੇ ਗੁਰਬਾਣੀ ਦੇ ਅਧਿਐਨ ਕਰਨ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜੇ ਰਹੇ ਨੇ, ਉਹਨਾਂ ਦੀ ਇਹ ਮਤਲਬ ਹੈ ਕਿ ਜ਼ਰੂਰੀ ਹੈ ਉਹਨਾਂ ਦੇ ਵਾਸਤੇ ਕਿ ਜਿਹੜੀ ਹੁਣ ਤੱਕ ਦੀ ਵਿਆਖਿਆ ਪ੍ਰਣਾਲੀਆਂ ਹੁਣ ਤੱਕ ਆਈਆਂ ਨੇ। ਇੱਕ ਡਾਕਟਰ ਤਰਨ ਸਿੰਘ ਨੇ ਇੱਕ ਕਿਤਾਬ ਲਿਖੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਿਆਖਿਆ ਪ੍ਰਣਾਲੀਆਂ। ਉਹਦੇ 'ਚ ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਣਾਲੀਆਂ ਦੀ ਗੱਲ ਕੀਤੀ ਹੈ। ਮੈਂ ਉਹਦੇ 'ਚ ਇੱਕ ਗੱਲ ਹੋਰ ਜੋੜਨਾ ਚਾਹੁੰਦਾ ਹਾਂ, ਉਹ ਹੈ ਸਮਕਾਲੀਨ ਜਿਹੜੇ ਦੌਰ ਹੈ ਨਾ, ਉਹ ਅੱਜ ਦੇ, ਹੁਣ ਤੁਸੀਂ ਕਈ ਵਾਰ ਅਸੀਂ ਕਹਿੰਦੇ ਵੀ ਅੱਜ ਦੇ ਜਿਹੜੇ ਬੱਚੇ ਨਾ ਗੁਰਬਾਣੀ 'ਚ ਉਹ ਵਿਸ਼ਵਾਸ ਨਹੀਂ ਕਰ ਰਹੇ। ਉਹ ਕਿਵੇਂ ਕਰਨਗੇ? ਜੇ ਉਹਨਾਂ ਨੂੰ ਗਿਆਨ ਹੋਏਗਾ, ਉਹਨਾਂ ਨੂੰ ਲੱਗੇਗਾ ਕਿ ਇਹ ਬਾਣੀ ਸਾਡੇ ਅੱਜ ਵੀ ਮਸਲਿਆਂ ਨੂੰ ਹੱਲ ਕਰ ਸਕਦੀ ਹੈ, ਅੱਜ ਵੀ ਸਾਨੂੰ ਸੇਧ ਦੇ ਸਕਦੀ ਹੈ, ਫਿਰ ਤਾਂ ਉਹ ਜੁੜਨਗੇ। ਤੇ ਉਹਦਾ ਮੁਹਾਵਰਾ ਉਹਨਾਂ ਦਾ ਹੈ ਨਹੀਂ। ਬਿਲਕੁਲ। ਤੇ ਇਹਦਾ ਮਤਲਬ ਹੈ ਕਿ ਉਹਨਾਂ ਦੇ ਮੁਹਾਵਰੇ 'ਚ ਗੱਲ ਕਰਨ ਦੇ ਲਈ ਸਾਨੂੰ ਉਹ ਵਿਦਵਾਨ ਤਿਆਰ ਕਰਨੇ ਪੈਣਗੇ ਜਿਹੜੇ ਅੱਜ ਦੇ ਈਡੀਅਮ ਨੂੰ ਵੀ ਸਮਝਦੇ ਨੇ ਤੇ ਗੁਰਬਾਣੀ ਦੇ ਈਡੀਅਮ ਨੂੰ ਵੀ ਸਮਝਦੇ ਨੇ। ਇਹਨਾਂ ਦੋਨਾਂ ਦੇ ਨਾਲ ਮਿਲਾ ਕੇ ਇੱਕ ਰੀਇੰਟਰਪ੍ਰੀਟੇਸ਼ਨ ਦੀ ਲੋੜ ਹੈ। ਫਿਰ ਉਹਦੇ ਮਸਲੇ ਜਿਹੜੇ ਨੇ ਅੱਜ ਦੀ ਪੀੜ੍ਹੀ ਉਸ ਤਰ੍ਹਾਂ ਹੀ ਗ੍ਰਹਿਣ ਕਰੇਗੀ ਵੀ ਵਾਕਈ ਇਹ ਤਾਂ ਕੋਈ ਪੁਰਾਣੀ ਗੱਲ ਨਹੀਂ ਹੋਈ,
ਇਹ ਤਾਂ ਅੱਜ ਵੀ ਰੈਲੇਵੈਂਟ ਹੈ। ਡਾਕਟਰ ਜਗਬੀਰ, ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਹੈ ਕਿ ਗੁਰਬਾਣੀ ਨੂੰ ਰੀਇੰਟਰਪ੍ਰੇਟ ਕਰਨ ਦੀ ਲੋੜ ਹੈ। ਵਿਦਵਾਨ ਲੋਕ ਜਿਹੜੇ ਨੇ ਉਹ ਕਰਨਗੇ। ਜਦੋਂ ਵਿਦਵਾਨ ਤੁਸੀਂ ਕਹਿ ਰਹੇ ਹੋ, ਮੈਂ ਥੋੜਾ ਜਿਹਾ ਇਹ ਸਮਝਦੀ ਹਾਂ ਕਿ ਜਿਹੜੇ ਲੋਕ ਰਿਸਰਚ ਕਰਦੇ ਨੇ, ਯੂਨੀਵਰਸਿਟੀਜ਼ ਦੇ ਵਿੱਚ ਬੈਠੇ ਨੇ, ਇਹ ਆਮ ਦੇਖਿਆ ਜਾਂਦਾ ਜਿਹੜੇ ਲੋਕ ਅਕੈਡਮਿਕ ਖੇਤਰ ਦੇ ਵਿੱਚ ਜਾਣਾ ਚਾਹੁੰਦੇ ਆ, ਉਹ ਸਭ ਕੁਝ ਪੜ੍ਹਨਗੇ ਵੀ, ਉਹ ਰੈਫਰੈਂਸਿਸ ਵੀ ਲੈਣਗੇ ਜਿਹੜੇ ਤੁਹਾਡੇ ਵਰਗੇ ਵਿਦਵਾਨ ਲੋਕ ਲਿਖ ਰਹੇ ਨੇ ਜਾਂ ਕਿਤਾਬਾਂ ਲਿਖ ਰਹੇ। ਪਰ ਜਿਹੜੇ ਆਮ ਲੋਕ ਆ, ਮੈਜੋਰਿਟੀ ਲੋਕ ਆ, ਉਹਨਾਂ ਨੇ ਉਹ ਤੁਹਾਡੀਆਂ ਲਿਖੀਆਂ ਕਿਤਾਬਾਂ ਨਹੀਂ ਪੜ੍ਹਨੀਆਂ, ਉੱਥੇ ਤੱਕ ਨਹੀਂ ਪਹੁੰਚਣਾ ਕਿ ਗੁਰਬਾਣੀ ਪੜ੍ਹਨ ਦੀ ਲਈ ਉਹ ਪਹਿਲਾਂ ਪ੍ਰਣਾਲੀਆਂ ਦੇਖਣ ਜਾਂ ਉਹਦੇ ਰੈਫਰੈਂਸਿਸ ਜਿਹੜੇ ਹੋਰ ਲੱਭਣ। ਉਹਨਾਂ ਨੇ ਸਿੰਪਲੀ ਜੋ ਕੁਝ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ, ਜਿਹੜੇ ਪ੍ਰਚਾਰਕ ਦੱਸ ਰਹੇ ਨੇ, ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਮੈਜੋਰਿਟੀ ਲੋਕ ਜਾ ਕੇ ਗੁਰਬਾਣੀ ਸੁਣਦੇ ਆ, ਉਹ ਉਸੇ ਚੀਜ਼ ਤੇ ਹੀ ਯਕੀਨ ਕਰ ਰਹੇ ਆ। ਤੇ ਜਦੋਂ ਨਵੀਂ ਜਨਰੇਸ਼ਨ ਨੂੰ ਅਸੀਂ ਕਹਿੰਦੇ ਆ ਕਿ ਚਲੋ ਸਾਡੇ ਨਾਲ ਸੁਣੋ, ਉਹ ਕਹਿੰਦੇ ਸਾਡੀ ਸਮਝ ਨਹੀਂ ਪੈਂਦਾ। ਇਹ ਸਮੱਸਿਆ ਕਿੱਦਾਂ ਹੱਲ ਹੋਊ? ਇਹ ਦੋ ਮਸਲੇ ਨੇ। ਇੱਕ ਤਾਂ ਆਮ ਲੋਕਾਈ ਦਾ ਮਸਲਾ ਹੈ, ਜਿਹਦੇ ਵਿੱਚ ਸਾਡੀ ਪਹਿਲੀਆਂ ਪੀੜ੍ਹੀਆਂ ਵੀ ਆ ਜਾਂਦੀਆਂ ਨੇ। ਉਹ ਪਹਿਲੀਆਂ ਪੀੜ੍ਹੀਆਂ ਗੁਰਬਾਣੀ ਦੇ ਮੁਹਾਵਰੇ ਨੂੰ ਸਮਝ ਰਹੀਆਂ ਨੇ, ਲੇਕਿਨ ਉਹਨਾਂ ਨੂੰ ਇੱਕ ਸਿਸਟਮੈਟਿਕ ਢੰਗ ਨਾਲ ਉਹਨਾਂ ਦੀ ਵਿਆਖਿਆ ਕਰਨ ਦੀ ਲੋੜ ਹੈ। ਤੇ ਮੈਂ ਸਮਝਦਾ ਸਾਡੇ ਜਿਹੜੇ ਵਿਆਖਿਆਕਾਰ ਨੇ ਨਾ, ਗੁਰਬਾਣੀ ਦਾ ਕੀਰਤਨ ਕਰਨ ਵਾਲੇ, ਗੁਰਬਾਣੀ ਦੀ ਵਿਆਖਿਆ ਕਰਨ ਵਾਲੇ, ਕਈ ਬਹੁਤ ਖੂਬਸੂਰਤੀ ਨਾਲ ਸਮਝਾ ਵੀ ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਤੇ ਉਹ ਜਿਹੜੇ ਨੇ ਉਹ ਸਾਡੀ ਪੁਰਾਣੀ ਪੀੜ੍ਹੀ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਨੇ। ਉਹ ਜਦੋਂ ਗੁਰਬਾਣੀ ਦੇ ਅਰਥ ਕਰਦੇ ਨੇ, ਉਹਨਾਂ ਦਾ ਮਕਸਦ ਇਹੋ ਹੀ ਹੁੰਦਾ ਹੈ। ਤੇ ਜਿਵੇਂ ਭੁਪਿੰਦਰਪਾਲ ਸਿੰਘ ਹੈ ਜਾਂ ਮਸਕੀਨ ਸੰਤ ਸਿੰਘ ਮਸਕੀਨ ਹੈ, ਮੈਂ ਉਹਨਾਂ ਇਹੋ ਜਿਹੇ ਜਿਹੜੇ ਸਾਡੇ ਸਮਰੱਥ ਜਿਹੜੇ ਵਿਆਖਿਆਕਾਰ ਨੇ, ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਕਿਉਂਕਿ ਉਹ ਕੀ ਕਰਦੇ ਨੇ ਕਿ ਉਹ ਆਮ ਲੋਕਾਂ ਨੂੰ ਗੁਰਬਾਣੀ ਦੇ ਅੰਦਰਲੇ ਸਪਿਰਿਚੁਅਲ ਮੈਸੇਜ ਨਾਲ ਜੋੜ ਦਿੰਦੇ ਨੇ। ਤੇ ਇਹੀ ਉਹਨਾਂ ਦੀ ਲੋੜ ਹੈ। ਆਪਾਂ ਜਿਹੜੀ ਦੂਸਰੀ ਗੱਲ ਕਰ ਰਹੇ ਨਾ, ਉਹ ਨਵੀਂ ਪੀੜ੍ਹੀ ਹੈ। ਨਵੀਂ ਪੀੜ੍ਹੀ ਦਾ ਕਿਉਂਕਿ ਜਿਹੜਾ ਉਹਨਾਂ ਦਾ ਸਟੱਡੀ ਦਾ ਖੇਤਰ ਹੈ ਉਹ ਬਦਲ ਗਿਆ ਹੈ। ਹੁਣ ਉਹ ਪੜ੍ਹਦੇ ਨੇ ਸਾਇੰਸ, ਟੈਕਨੋਲੋਜੀ, ਸੋਸ਼ੀਓਲੋਜੀ। ਉਹ ਕਹਿੰਦੇ ਨੇ ਵੀ ਇਸ ਤੋਂ ਇਲਾਵਾ ਤਾਂ ਹੈ ਹੀ ਨਹੀਂ ਗੱਲ। ਹੁਣ ਉਹਨਾਂ ਨੂੰ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਗਿਆਨ ਹੈ ਇਹ ਰੈਲੇਵੈਂਟ ਕਿਵੇਂ ਹੈ ਕਿ ਜਿਹੜੇ ਮਸਲੇ ਮਨੁੱਖੀ ਹੋਂਦ ਦੇ ਨੇ, ਉਹ ਸਦੀਵੀ ਨੇ। ਤੇ ਉਹ ਸਦੀਵੀ ਮਸਲਿਆਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਜਦੋਂ ਅਸੀਂ ਦੱਸਾਂਗੇ, ਫਿਰ ਉਹ ਸਮਝ ਜਾਣਗੇ ਕਿ ਮਤਲਬ ਜਿਹੜੇ ਵਿਗਿਆਨਕ ਮੁਹਾਵਰੇ ਵਿੱਚ ਵੀ ਦੇਖੋ ਗੁਰਬਾਣੀ ਜਿਹੜੀ ਹੈ ਤੁਹਾਨੂੰ ਕੀ ਕਰਦੀ ਹੈ। ਮਿਸਾਲ ਦੇ ਤੌਰ 'ਤੇ ਕੁਝ ਆਪਾਂ ਲੈਂਦੇ ਹਾਂ ਉਹਨਾਂ ਦੀਆਂ ਰਚਨਾਵਾਂ ਨੂੰ ਲੈ ਕੇ ਨਾ, ਜਦੋਂ ਅਸੀਂ ਦੇਖਾਂਗੇ ਫਿਰ ਸਾਨੂੰ ਪਤਾ ਲੱਗੇਗਾ ਕਿ ਨਵੀਂ ਪੀੜ੍ਹੀ ਉਹਦੇ ਨਾਲ ਕਿਵੇਂ ਜੁੜੇਗੀ। ਮੈਂ ਇੱਕ ਰਚਨਾ ਗੁਰੂ ਨਾਨਕ ਦੇਵ ਜੀ ਦੀ ਬੜੀ ਖੂਬਸੂਰਤ ਹੈ ਕਿ ਜਿਹਦੇ 'ਚ ਜ਼ਿੰਦਗੀ ਬਾਰੇ ਤੇ ਮੌਤ ਬਾਰੇ ਨਾ ਬਹੁਤ ਵਧੀਆ ਇੱਕ ਮੈਸੇਜ ਹੈ, ਸੋਚਣ ਲਈ ਸਾਨੂੰ ਮਜਬੂਰ ਕਰਦਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਬੰਦੇ ਦੇ ਬਾਰੇ ਉਹਨਾਂ ਨੇ ਇੱਕ ਬੁਝਾਰਤ ਪਾਈ ਹੈ ਕਿ ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾਜ਼ੇ 10ਵਾਂ ਦਵਾਰ, ਬੁਝਰੇ ਗਿਆਨੀ ਇਹੋ ਵਿਚਾਰ। ਇਹ ਹੁਣ ਐਸੀ ਗੱਲ ਹੈ ਕਿ ਜਿਹੜੀ ਬਹੁਤ ਰੈਲੇਵੈਂਟ ਹੈ, ਹਰ ਬੰਦੇ ਲਈ ਰੈਲੇਵੈਂਟ ਹੈ। ਕਿਉਂਕਿ ਮਸਲਾ ਉਹਨਾਂ ਨੇ ਇਹ ਕਿਹਾ ਕਿ ਉਹ ਕਿਹੜਾ ਪ੍ਰਾਣੀ ਹੈ ਜਿਹੜਾ ਮਤਲਬ ਪੌਣ ਪਾਣੀ ਤੇ ਅਗਨੀ ਦੇ ਮੇਲ ਨਾਲ ਬਣਿਆ। ਦੇਖੋ ਨਾ, ਅਸੀਂ ਸਮਝਦੇ ਹਾਂ ਸਾਡਾ ਜਿਹੜਾ ਸਰੀਰ ਹੈ ਇਹ 5 ਤੱਤਾਂ ਦਾ ਪੁਤਲਾ ਹੈ। 5 ਤੱਤਾਂ ਦੇ ਵਿੱਚੋਂ ਪੌਣ ਪਾਣੀ ਤੇ ਅਗਨੀ ਇਹ ਬੇਸਿਕ ਨੇ। ਆਕਾਸ਼ ਆ, ਉਹ ਗੁਰੂ ਸਾਹਿਬ ਨੇ ਕੀ ਕੀਤਾ, 3 ਤੱਤਾਂ ਦੀ ਗੱਲ ਕਰਦੀ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਤੱਤਾਂ ਦੀ ਬਣੀ ਹੋਈ ਹੈ। ਤੇ ਫਿਰ ਉਹਦੇ 'ਚ ਬੁੱਧੀ ਦਾ ਚਪਲ, ਬੁੱਧੀ ਦਾ ਖੇਲ ਚੱਲ ਰਿਹਾ। ਜੀ। ਤੇ ਫਿਰ ਉਹਦੇ 9 ਦਰਵਾਜ਼ੇ ਨੇ, ਸਾਡੀ ਓਪਨਿੰਗ ਨੂੰ ਕਹਿੰਦੇ ਨੇ, ਸਾਡੀਆਂ ਅੱਖਾਂ ਨੇ, ਨਾਸਾਂ, ਇਹ 9 ਦਰਵਾਜ਼ੇ ਨੇ। ਇੱਕ 10ਵਾਂ ਦੁਆਰ ਹੈ, ਉਹ ਗੁਪਤ ਹੈ। ਸਾਡੀ ਟ੍ਰੈਡੀਸ਼ਨ ਹੈ, ਉਹ ਕਹਿੰਦੇ ਨੇ ਉਸ 10ਵੇਂ ਦੁਆਰ ਦੇ ਵਿੱਚੋਂ ਆਤਮਾ ਪ੍ਰਵੇਸ਼ ਕਰਦੀ ਹੈ, ਉਹਦੇ ਵਿੱਚ ਬਾਹਰ ਚਲੀ ਜਾਂਦੀ ਹੈ। ਤੇ ਹੁਣ ਉਹਨਾਂ ਨੇ ਸਵਾਲ ਇਹ ਕੀਤਾ ਕਿ ਬੁੱਝ ਰੇ ਗਿਆਨੀ, ਵੀ ਜੇ ਤੂੰ ਗਿਆਨੀ ਹੈ ਨਾ ਤੇ ਇਹ ਵਿਚਾਰ ਨੂੰ ਸਮਝ, ਬੁੱਝ। ਉਹਦਾ ਜਵਾਬ ਜਦੋਂ ਦਿੰਦੇ ਨੇ ਨਾ, ਫਿਰ ਉਹਦੇ 'ਚ ਇੱਕ ਖੂਬਸੂਰਤ ਗੱਲ ਪਈ ਹੋਈ ਹੈ, ਸੰਦੇਸ਼ ਹੈ। ਉਹ ਕਹਿੰਦੇ ਨੇ ਕਿ ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਹੁਣ ਉਸ ਬੁਝਾਰਤ ਨੂੰ ਲੈ ਕੇ ਜਿਹੜਾ ਜਵਾਬ ਦਿੱਤਾ, ਉਹਦੇ 'ਚ ਫਿਰ ਇੱਕ ਬੁਝਾਰਤ ਹੋ ਗਈ। ਬੁਝਾਰਤ ਕਿਵੇਂ? ਉਹ ਕਹਿੰਦੇ ਨੇ ਕਿ ਜਿਹੜਾ ਕਹਿਣ ਵਾਲਾ, ਬੋਲਣ ਵਾਲਾ, ਕਥਤਾ ਬਕਤਾ ਸੁਨਤਾ, ਸੁਣਨ ਵਾਲਾ ਇੱਕੋ ਹੀ ਹੈ। ਇੱਕ ਕਿਵੇਂ ਹੋ ਗਿਆ? ਮਤਲਬ ਅਸੀਂ ਤਾਂ ਇੱਕ ਸਮਝਦੇ ਨਹੀਂ। ਹੁਣ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਤੁਸੀਂ ਹੋਰ, ਮੈਂ ਹੋਰ ਹਾਂ, ਇੱਕ ਕਿਵੇਂ ਹੋ ਗਿਆ? ਇਹ ਹੁਣ ਫਿਰ ਨਾ ਇੱਕ
ਮੈਨੂੰ ਇੱਕ ਲੋਕ ਕਹਾਣੀ ਯਾਦ ਆ ਗਈ। ਅੱਛਾ। ਲੋਕ ਕਹਾਣੀ ਮੈਂ ਕਈ ਵਾਰ ਪਹਿਲਾਂ ਵੀ ਆਪਣੀਆਂ ਵੀਡੀਓਜ਼ ਲੈਕਚਰ 'ਤੇ, ਪਰ ਮੈਂ ਫਿਰ ਰਿਪੀਟ ਕਰਨਾ ਚਾਹੁੰਦਾ। ਜ਼ਰੂਰ ਹਾਂਜੀ। ਉਹ ਕਿਸੇ ਸ਼ਹਿਰ ਦੇ ਵਿੱਚੋਂ ਇੱਕ ਰਾਜੇ ਦੀ ਸਵਾਰੀ ਜਾ ਰਹੀ ਸੀ ਤੇ ਸਾਰੇ ਆਲੇ ਦੁਆਲੇ ਖੜੇ ਸੀ ਤੇ ਇੱਕ ਬਹੁਤ ਗਰੀਬੜਿਆ ਜਿਹਾ ਕੱਪੜੇ ਵਾਲਾ ਆਇਆ ਤੇ ਇੱਕ ਵਿਦਵਾਨ ਬੰਦਾ ਉਹ ਉੱਪਰ ਸਥਾਨ ਤੇ ਖੜਾ ਸੀ। ਉਹ ਕਹਿੰਦਾ ਵੀ ਪੰਡਤ ਜੀ ਇਹ ਕੀ ਹੋ ਰਿਹਾ? ਕਹਿੰਦਾ ਤੈਨੂੰ ਨਹੀਂ ਪਤਾ? ਕਹਿੰਦਾ ਨਹੀਂ, ਮੈਂ ਤਾਂ ਜੰਗਲਾਂ ਵਿੱਚੋਂ ਆਇਆ, ਮੈਨੂੰ ਤਾਂ ਇੱਥੇ ਹੈ ਹੀ ਨਹੀਂ। ਉਹ ਕਹਿੰਦਾ ਇਹ ਰਾਜੇ ਦੀ ਸਵਾਰੀ ਜਾ ਰਹੀ ਹੈ। ਅੱਛਾ। ਕਹਿੰਦਾ ਰਾਜੇ ਦੀ ਸਵਾਰੀ ਕਿੱਥੇ ਹੈ? ਉਹ ਕਹਿੰਦਾ ਜਿਹੜਾ ਘੋੜੇ ਤੇ ਬੰਦਾ ਬੈਠਾ ਆ ਰਿਹਾ ਨਾ ਉਹ ਰਾਜਾ ਹੈ। ਕਹਿੰਦਾ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਇਹਨਾਂ ਚੋਂ ਰਾਜਾ ਕਿਹੜਾ ਤੇ ਘੋੜਾ ਕਿਹੜਾ। ਅੱਛਾ। ਥੋੜਾ ਜਿਹਾ ਖੋਲ ਕੇ ਸਮਝਾਓ। ਹਾਂ। ਕਹਿੰਦਾ ਬੜਾ ਮੂਰਖ ਆਦਮੀ ਹੈ ਤੂੰ। ਕਹਿੰਦਾ ਜਿਹੜਾ ਉੱਪਰ ਹੈ ਉਹ ਰਾਜਾ ਹੈ ਤੇ ਜਿਹੜਾ ਹੇਠ ਹੈ ਉਹ ਘੋੜਾ ਹੈ। ਅੱਛਾ। ਕਹਿੰਦਾ ਪੰਡਿਤ ਜੀ ਗੱਲ ਹੈ ਵੀ ਮੈਂ ਤਾਂ ਇੰਨਾ ਨਲਾਇਕ ਹਾਂ, ਮੈਨੂੰ ਉੱਪਰ ਤੇ ਨੀਚੇ ਦਾ ਵੀ ਨਹੀਂ ਪਤਾ। ਉਹ ਕਹਿੰਦਾ ਤੈਨੂੰ ਮੈਂ ਫਿਰ ਪੰਜਾਬੀ 'ਚ ਸਮਝਾਉਣਾ ਹੈ ਕਿ ਜਿਸ ਤਰ੍ਹਾਂ ਜਿਹੜਾ ਵਿਦਵਾਨ ਹੈ, ਮੈਂ ਜਿਸ ਤਰ੍ਹਾਂ ਮੈਂ ਹਾਂ, ਮੈਂ ਉੱਚੀ ਥਾਂ ਤੇ ਹਾਂ, ਇਹ ਮੈਂ ਹੈਗਾ ਤੇ ਤੂੰ ਮੈਂ ਉੱਚਾ ਤੇ ਤੂੰ ਬਿਲਕੁਲ ਹੈਗਾ ਮਤਲਬ ਅਗਿਆਨੀ ਹੈ, ਤੂੰ ਨੀਵਾਂ ਹੈ। ਕਹਿੰਦਾ ਇਹ ਬਹੁਤ ਕਮਾਲ ਦੀ ਗੱਲ ਸਮਝੀ। ਪਰ ਲਾਸਟ ਮੈਨੂੰ ਕਹਿੰਦਾ ਇੱਕ ਗੱਲ ਦੱਸਿਓ ਕਿ ਮੈਂ ਤੇ ਤੂੰ ਵਿੱਚੋਂ ਮੈਂ ਕਿਹੜਾ ਤੇ ਤੂੰ ਕਿਹੜਾ? ਤੇ ਹੁਣ ਪੰਡਿਤ ਜੀ ਦੀ ਵਾਰੀ ਸੀ, ਉਹਨੇ ਪੈਰੀਂ ਹੱਥ ਲਾਤੇ, ਕਿਉਂਕਿ ਇਹ ਜਿਹੜਾ ਨਾ ਮੈਂ ਤੇ ਤੂੰ ਦਾ ਅਭੇਦ ਹੋਣਾ ਇਹ ਵੇਦਾਂਤ ਹੈ। ਇਹ ਉਹ ਪਰਮ ਗਿਆਨ ਹੈ ਕਿ ਅਸੀਂ ਸਾਡੇ ਸਾਰਿਆਂ ਵਿੱਚ ਇੱਕੋ ਹੀ ਆਤਮਾ ਵਸਦੀ ਹੈ। ਉਹਦੇ 'ਚ ਮੈਂ ਤੇ ਤੂੰ ਪੋਜੀਸ਼ਨਲ ਨੇ। ਜਦੋਂ ਮੈਂ ਬੋਲਦਾ ਤਾਂ ਮੈਂ ਦੇ ਰੂਪ ਵਿੱਚ ਬੋਲਦਾ, ਜਦੋਂ ਤੁਸੀਂ ਬੋਲਦੇ ਤੁਸੀਂ ਵੀ ਮੈਂ ਦੇ ਰੂਪ ਵਿੱਚ। ਆਪਾਂ ਜਦੋਂ ਟੈਲੀਫੋਨ ਕਰਦੇ ਨਾ ਕਈ ਵਾਰ ਕਹਿੰਦੇ ਵੀ ਹਾਂ ਕੌਣ ਬੋਲ ਰਿਹਾ? ਉਹ ਕਹਿੰਦਾ ਮੈਂ ਬੋਲ ਰਿਹਾ। ਉਹ ਕਹਿੰਦਾ ਕਮਾਲ ਹੋਈ, ਇੱਧਰੋਂ ਵੀ ਮੈਂ ਹੀ ਬੋਲ ਰਿਹਾ। ਮਤਲਬ ਇਹ ਜਿਹੜਾ ਮਸਲਾ ਹੈ ਬੜਾ ਗਹਿਰਾ ਹੈ ਜੀ। ਬਿਲਕੁਲ। ਹੁਣ ਦੇਖੋ ਇਸ ਤੋਂ ਬਾਅਦ ਅਗਲਾ ਜਿਹੜਾ ਇਸ ਰਚਨਾ ਦੀ ਖੂਬਸੂਰਤੀ ਦੇਖੋ ਕਿ ਉਹ ਫਿਰ ਮੌਤ ਦੇ ਰਹੱਸ ਨੂੰ ਵੀ ਸਮਝਾਉਂਦੇ ਨੇ। ਉਹਦੇ ਵਿੱਚ ਉਹਨਾਂ ਨੇ ਸੌਖੇ ਸ਼ਬਦਾਂ ਵਿੱਚ ਕਿਹਾ ਕਿ ਦੇਹੀ ਮਾਟੀ ਬੋਲੇ ਪਾਉਣ ਬੁੱਝਰੇ ਗਿਆਨੀ ਮੂਆ ਹੈ ਕੌਣ। ਕਿ ਸਾਡੀ ਜਿਹੜੀ ਦੇਹ ਹੈ ਉਹ ਤਾਂ ਮਿੱਟੀ ਦੀ ਬਣੀ ਹੋਈ ਹੈ ਤੇ ਉਹਦੇ 'ਚ ਬੋਲਣ ਵਾਲੀ ਚੀਜ਼ ਜਿਹੜੀ ਆ ਉਹ ਹਵਾ ਹੈ ਤੇ ਮਰ ਕੌਣ ਗਿਆ? ਬੜਾ ਖੂਬਸੂਰਤ ਕੁਐਸਚਨ ਹੈ ਕਿ ਇਹ ਐਸਾ ਕੁਐਸਚਨ ਹੈ, ਫਿਲੋਸਫੀਕਲ ਕੁਐਸਚਨ ਹੈ ਕਿ ਉਹਦਾ ਜਵਾਬ ਫਿਰ ਗੁਰੂ ਜੀ ਨੇ ਜਿਹੜਾ ਦਿੱਤਾ ਉਹ ਹੋਰ ਵੀ ਖੂਬਸੂਰਤ ਹੈ। ਉਹ ਸਾਨੂੰ ਕੋਈ ਵੀ ਜਨਰੇਸ਼ਨ ਹੋਵੇ ਉਹਨੂੰ ਸਮਝ ਆ ਜਾਏਗਾ। ਉਹ ਕਹਿੰਦੇ ਨੇ ਕਿ ਮੂਈ ਸੁਰਤ ਬਾਦ ਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ। ਕਿ ਮਰਦਾ ਕੌਣ ਹੈ? ਉਹ ਸਾਡੀ ਇੰਡੀਵਿਜੂਅਲ ਕੌਨਸ਼ੀਅਸਨੈਸ ਹੈ। ਇਹ ਹੁਣ ਮੈਂ ਜਿਹੜਾ ਇੰਡੀਵਿਜੂਅਲ ਕੌਨਸ਼ੀਅਸਨੈਸ ਹੈ ਨਾ, ਇਹ ਮਾਡਰਨ ਈਡੀਅਮ ਹੈ। ਬਿਲਕੁਲ। ਇਹ ਮਾਡਰਨ ਈਡੀਅਮ ਅੱਜ ਦਾ ਜਿਹੜਾ ਹੋਏਗਾ ਨਾ ਨਵਾਂ ਵਿਗਿਆਨ ਪੜ੍ਹਿਆ ਉਹਨੂੰ ਸਮਝ ਆ ਜਾਏ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ। ਉਹਨਾਂ ਦੇ ਮੁਹਾਵਰੇ 'ਚ ਮੈਂ ਗੱਲ ਕਰ ਰਿਹਾ ਕਿ ਜਿਹੜੀ ਸਾਡੀ ਇੰਡੀਵਿਜੂਅਲ ਕੌਨਸ਼ੀਅਸਨੈਸ ਹੈ ਉਹ ਮਰ ਜਾਂਦੀ ਹੈ ਤੇ ਜਾਂ ਫਿਰ ਸਾਡੀ ਈਗੋ ਹੈ, ਜਿਹੜੇ ਅਸੀਂ ਫਾਲਸ ਈਗੋ ਆਪਣੇ ਆਲੇ ਦੁਆਲੇ ਨਾ ਇੱਕ ਹਉਮੈ ਦਾ ਪੰਡ ਬੰਨੀ ਹੋਈ ਹੈ, ਉਹ ਮਰ ਜਾਂਦੀ ਹੈ। ਵੀ ਅਸੀਂ ਜਾਤ ਦਾ ਅਭਿਮਾਨ ਮਰ ਜਾਂਦਾ ਹੈ, ਕੁੱਲ ਦਾ ਵਰਣ ਦਾ ਸਾਰਾ ਹੀ ਖਤਮ ਹੋ ਜਾਂਦਾ। ਲੇਕਿਨ ਇੱਕ ਚੀਜ਼ ਨਹੀਂ ਮਰਦੀ, ਉਹ ਹੈ ਉਹ ਨਾ ਮੂਆ ਜੋ ਦੇਖਣ ਹਾਰ। ਇਹ ਹੁਣ ਇੰਨੀ ਫਿਲੋਸਫੀਕਲ ਗੱਲ ਹੈ। ਗੁਰੂ ਸਾਹਿਬ ਨੇ ਦੋ ਚੀਜ਼ਾਂ ਮਤਲਬ ਸਾਰੇ ਸੰਸਾਰ ਨੂੰ ਦੋ ਵਿੱਚ ਚੀਜ਼ਾਂ ਵਿੱਚ ਵੰਡ ਦਿੱਤਾ ਹੈ ਕਿ ਇੱਕ ਦਿਖਣ ਵਾਲੀ ਚੀਜ਼ ਹੈ, ਇੱਕ ਦੇਖਣ ਵਾਲਾ ਹੈ। ਦ੍ਰਿਸ਼ਟਮਾਨ ਤੇ ਦ੍ਰਿਸ਼ਟਾ, ਇਹ ਦੋ ਸ਼ਬਦ ਨੇ। ਦ੍ਰਿਸ਼ਮਾਨ ਤੇ ਦ੍ਰਿਸ਼ਟਾ। ਇਹ ਜਿਹੜਾ ਦ੍ਰਿਸ਼ਟਾ ਹੈ ਨਾ, ਦੇਖਣਹਾਰ, ਉਹ ਮਤਲਬ ਹੈ ਕਿ ਉਹ ਕੀ ਹੈ ਕਿਸੇ ਨੂੰ ਨਹੀਂ ਪਤਾ, ਕਿਉਂਕਿ ਦ੍ਰਿਸ਼ਟਾ ਸਾਰੀ ਦੁਨੀਆ ਨੂੰ ਦੇਖਦਾ, ਆਪਣੇ ਆਪ ਨੂੰ ਨਹੀਂ ਦੇਖ ਸਕਦਾ। ਦ੍ਰਿਸ਼ਟਾ ਜਿਹੜਾ ਨਾ, ਇਹਦਾ ਮਤਲਬ ਹੈ ਕਿ ਸਾਡੇ ਅੰਦਰ ਇੱਕ ਉਹ ਐਸੀ ਸ਼ੈ ਹੈ ਜਿਹੜੇ ਸਾਰੇ ਸੰਸਾਰ ਨੂੰ ਦੇਖ ਰਹੀ ਹੈ। ਬਿਲਕੁਲ। ਆਪਣੇ ਸਾਡੇ ਭਾਰਤੀ ਦਰਸ਼ਨ ਦੇ ਵਿੱਚ ਕਹਿੰਦੇ ਵੀ ਦੋ ਪੰਛੀ ਨੇ, ਇੱਕ ਰੁੱਖ ਤੇ ਦੋ ਪੰਛੀ ਹੈਗੇ, ਇੱਕ ਦ੍ਰਿਸ਼ਟਾ ਇੱਕ ਭੋਗਤਾ ਹੈ। ਇੱਕ ਉਹ ਪੰਛੀਆਂ ਵਿੱਚੋਂ ਦੋ ਨੇ, ਉਹਨਾਂ ਦੀ ਕੁਆਲਿਟੀ ਕੀ ਹੈ? ਇੱਕ ਤਾਂ ਭੋਗ ਰਿਹਾ, ਵਸਤੂ ਆਉਂਦੀਆਂ ਖਾਈ ਜਾਂਦਾ, ਇੱਕ ਦੇਖ ਰਿਹਾ। ਉਹ ਕਹਿੰਦੇ ਜਿਹੜਾ ਦੇਖ ਰਿਹਾ ਨਾ ਉਹ ਦਾਰਸ਼ਨਿਕ ਹੈ, ਉਹ ਸਿਰਫ ਦੇਖ ਰਿਹਾ ਹੈ। ਅੱਛਾ, ਹੁਣ ਇਸ ਗੱਲ ਦੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸਾਡੇ ਪੁਰਾਣੇ ਇੱਕ ਗ੍ਰੰਥ ਦੇ ਵਿੱਚ ਗੱਲ ਆਉਂਦੀ ਹੈ, ਯੱਗਵਲਕੇ ਉਪਨਿਸ਼ਦ ਦੇ ਵਿੱਚ ਖੂਬਸੂਰਤ ਕਹਾਣੀ ਆਉਂਦੀ ਹੈ। ਉਹ ਯੱਗਵਲਕੇ ਰਿਸ਼ੀ ਜਿਹੜੇ ਨੇ ਉਹਦੀਆਂ ਦੋ ਪਤਨੀਆਂ ਸਨ ਤੇ ਉਹਨਾਂ ਨੇ ਜਦੋਂ ਸੰਨਿਆਸ ਲਿਆ ਤੇ ਉਹਨਾਂ ਨੂੰ ਦੋਨੋਂ ਬੁਲਾਇਆ ਵੀ ਮੈਂ ਤਾਂ ਸੰਨਿਆਸ ਲੈ ਰਿਹਾ, ਵੀ ਤੁਸੀਂ ਮੇਰੀ ਜਿਹੜੀ ਜ਼ਮੀਨ ਜਾਇਦਾਦ ਨੂੰ ਵੰਡ ਲਓ। ਅੱਛਾ।
ਉਹ ਇੱਕ ਉਹਨਾਂ ਦੀ ਪਤਨੀ ਦਾ ਨਾਂ ਸੀ ਕਾਤਿਆਇਨੀ, ਦੂਸਰੀ ਦਾ ਨਾਂ ਸੀ ਮੈਤਰੇਈ। ਕਾਤਿਆਇਨੀ ਨੇ ਕਿਹਾ ਵੀ ਚੰਗਾ ਸਵਾਮੀ ਜੀ, ਜੇ ਤੁਸੀਂ ਹੁਣ ਜਾਣ ਹੀ ਲੱਗੇ ਠੀਕ ਹੈ, ਵੰਡ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਤੇ ਮੈਤਰੇਈ ਨੇ ਕਿੰਤੂ ਕਰਤਾ। ਉਹ ਕਹਿੰਦੇ ਸਵਾਮੀ ਮੈਨੂੰ ਪਹਿਲਾਂ ਇਹ ਦੱਸੋ ਵੀ ਇਹ ਜਿਹੜੇ ਧਨ ਪਦਾਰਥ ਨੇ ਮੇਰੇ, ਇਹਦੇ ਨਾਲ ਮੈਂ ਅਮਰ ਹੋ ਜਾਵਾਂਗੀ? ਉਹ ਕਹਿੰਦੇ ਬੀਬੀ ਅਮਰ ਤਾਂ ਨਹੀਂ ਹੋ ਸਕਦੀ। ਤੇ ਕਹਿੰਦੇ ਫਿਰ ਤੂੰ ਮੇਰੇ ਨਾਲ ਚੱਲ। ਚਾਹੇ ਖੂਬਸੂਰਤ ਦੇਖੋ, ਉਹਨੂੰ ਮੈਤਰੇਈ ਦਾ ਮਤਲਬ ਫਰੈਂਡ ਦੋਸਤ ਹੋ ਗਿਆ। ਉਹ ਮਤਲਬ ਸ਼ੀ ਵਾਜ਼ ਏ ਫਰੈਂਡਲੀ। ਤੇ ਉਹ ਫਿਰ ਉਹ ਕਹਿੰਦੇ ਵੀ ਚੱਲ ਤੂੰ ਵੀ ਮੇਰੇ ਨਾਲ ਆ ਜਾ। ਜਿੱਥੇ ਗੱਲ ਮੁੱਕਦੀ ਹੈ ਨਾ, ਉਹ ਜਦੋਂ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਕਰਦੇ ਰਹੇ, ਸਾਧਨਾ ਕਰਦੇ ਰਹੇ, ਇੱਕ ਦਿਨ ਫਿਰ ਮੈਤਰੇਈ ਨੇ ਫਿਰ ਆਪਣੇ ਸਵਾਮੀ ਜੀ ਨੂੰ ਪੁੱਛ ਲਿਆ ਕਿ ਸਵਾਮੀ ਜੀ ਇੰਨਾ ਚਿਰ ਹੋ ਗਿਆ ਆਪਾਂ ਨੂੰ ਤਪੱਸਿਆ ਕਰਦੇ, ਹੁਣ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਮਰ ਕੇ ਬੰਦਾ ਕਿੱਥੇ ਜਾਂਦਾ? ਅੱਛਾ। ਉਹਨਾਂ ਦਾ ਸਵਾਲ ਵੀ ਇਹੀ ਹੈ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਹੈ। ਉਹ ਕਹਿੰਦੇ ਦੇਖ ਮੈਤਰੇਈ, ਮਰਨ ਤੋਂ ਬਾਅਦ ਬੰਦੇ ਦੇ ਅੰਦਰ ਜਿਹੜਾ ਵਿਸ਼ੇਸ਼ ਹੁੰਦਾ ਉਹ ਖੁਰ ਜਾਂਦਾ ਹੈ। ਜਿਹੜਾ ਸਾਡੀਆਂ ਜਿਹੜੀਆਂ ਸਪੈਸੀਫਿਸਿਟੀਜ਼ ਨੇ, ਜਿਹੜੀਆਂ ਅਸੀਂ ਐਜ਼ ਏ ਹਿਊਮਨ ਬੀਇੰਗ, ਸਾਡੀਆਂ ਕੁਛ ਉਹ ਗੱਲਾਂ ਨੇ ਜਿਹੜੀਆਂ ਸਾਡੀ ਨਿੱਜੀ ਨੇ, ਉਹ ਖਤਮ ਹੋ ਜਾਂਦੀਆਂ। ਤੇ ਜਿਹੜਾ ਨਿਰਵਿਸ਼ੇਸ਼ ਹੈ ਉਹ ਬਚ ਜਾਂਦਾ। ਨਿਰਵਿਸ਼ੇਸ਼ ਜਿਹੜਾ ਸਾਰਿਆਂ 'ਚ ਸਾਂਝਾ ਤੱਤ ਹੈ ਨਾ, ਉਹ ਬਚ ਜਾਂਦਾ, ਜਿਹਦਾ ਕੋਈ ਵੱਖਰਾਪਨ ਨਹੀਂ ਹੈਗਾ। ਇਹ ਹੁਣ ਇਹ ਫਿਲਾਸਫੀਕਲ ਗੱਲ ਹੈਗੀ ਕਿ ਜ਼ਿੰਦਗੀ ਜਿਹੜੀ ਹੈ ਨਾ, ਉਹ ਇੱਕ ਇੰਡੀਵਿਜੂਅਲ ਚੀਜ਼ਾਂ ਦਾ ਗੱਠ ਜੋੜ ਹੈ। ਉਹਦੇ 'ਚ ਬੰਦਾ ਦੂਸਰੇ ਨਾਲ ਇੱਕ ਦੂਜੇ ਨਾਲ ਵੱਖਰੇ ਹੈ। ਜਿਵੇਂ ਗੁਰੂ ਅਮਰਦਾਸ ਜੀ ਕਹਿੰਦੇ ਨਾ ਕਿ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਹੋ ਪਾਇਆ। ਕਿ ਮੇਰੇ ਪ੍ਰਭੂ ਨੇ ਇੱਕ ਐਸਾ ਖੇਲ ਰਚਾਇਆ, ਕੋਈ ਵੀ ਇੱਕ ਦੂਜੇ ਨਾਲ ਨਹੀਂ ਮਿਲਦਾ, ਲੇਕਿਨ ਮਿਲਦਾ ਵੀ ਹੈ। ਉਹ ਕੀ ਕਹਿੰਦੇ ਨੇ ਕਿ ਸਭ ਮੈਂ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਵੇ। ਜੀ, ਗੁਰਬਾਣੀ ਤਾਂ ਸਾਨੂੰ ਇਹ ਦੱਸਦੀ ਹੈ ਕਿ ਅਸੀਂ ਵੱਖਰੇ ਵੀ ਹਾਂ ਇੱਕ ਦੂਜੇ ਨਾਲੋਂ ਤੇ ਵਰਗੇ ਵੀ ਹਾਂ। ਤੇ ਇਸ ਤਰ੍ਹਾਂ ਮੈਨੂੰ ਲੱਗਿਆ ਵੀ ਜਿਹੜਾ ਸਾਡਾ ਲਾਸਟ ਵਿੱਚ ਮੈਂ ਗੱਲ ਕਹਿ ਕੇ ਫਿਰ ਆਪਣੇ ਇਸ ਦੇ ਬਾਰੇ ਮੈਂ ਆਪਣੀ ਗੱਲ ਕਰਨਾ ਚਾਹਾਂਗਾ। ਅਖੀਰਲੇ ਸਟੈਂਜ਼ੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਫਿਰ ਉਹ ਸਾਰ ਤੱਤ ਕੱਢਿਆ ਜੀਵਨ ਤੇ ਮੌਤ ਦੀ ਗੱਲ ਕਰਨ ਤੋਂ ਬਾਅਦ। ਉਹ ਕਹਿੰਦੇ ਨੇ ਕਿ ਹੋ ਨਾ ਮੂਆ ਮੇਰੀ ਮੂਈ ਬੁਲਾਏ। ਕਹਿੰਦਾ ਮੈਂ ਨਹੀਂ ਮਰਿਆ, ਕੋਈ ਮਰਦਾ ਤਾਂ ਮੈਂ ਦੇ ਰੂਪ ਵਿੱਚ। ਹੋ ਨਾ ਮੂਆ, ਇਹ ਗੱਲ ਯਾਦ ਰੱਖੋ ਕਿ ਅਸੀਂ ਹਉਮੈ ਕਹਿੰਦੇ ਨਾ, ਹਉਮੈ ਦਾ ਮਤਲਬ ਹਉ ਦਾ ਮਤਲਬ ਵੀ ਮੈਂ, ਤੇ ਮੈਂ ਦਾ ਮਤਲਬ ਜਦੋਂ ਮੈਂ ਮਾੜੀ ਹੈ, ਮੈਂ ਵੀ ਮਾੜੀ ਨਹੀਂ ਤੇ ਹਉ ਵੀ ਮਾੜੀ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਹੋ ਨਾ ਮੂਆ ਮੇਰੀ ਮੂਈ ਬੁਲਾਏ, ਉਹ ਨਾ ਮੂਆ ਜੋ ਰਿਹਾ ਸਮਾਏ। ਮੇਰੇ ਅੰਦਰ ਉਹ ਤੱਤ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਉਹ ਤਾਂ ਪ੍ਰਭੂ ਹੈ, ਪਰਮਾਤਮਾ ਹੈ। ਪਰਮਾਤਮਾ ਦਾ ਮਤਲਬ ਉਹ ਆਤਮ ਜਿਹੜਾ ਪਰਮ ਹੈ, ਉਹ ਸਾਰਿਆਂ ਵਿੱਚ ਹੈ, ਮੇਰੇ ਇਕੱਲੇ ਵਿੱਚ ਨਹੀਂ ਹੈਗਾ। ਤੇ ਉਹ ਨਹੀਂ ਮਰਿਆ। ਉਹ ਨਾ ਮੂਆ ਜੋ ਰਿਹਾ ਸਮਾਏ, ਕਹੋ ਨਾਨਕ ਗੁਰੂ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਕਿ ਜਦੋਂ ਮੈਨੂੰ ਮੇਰੇ ਗੁਰੂ ਨੇ ਬ੍ਰਹਮ ਦਿਖਾਤਾ, ਬ੍ਰਹਮ ਮੀਨ ਬ੍ਰਿਹ ਤੇ ਇਤੀ ਬ੍ਰਹਮ, ਕਿ ਬ੍ਰਹਮ ਉਹ ਹੈ ਜਿਹੜਾ ਵੱਧ ਕੇ ਫੈਲ ਗਿਆ। ਬ੍ਰਹਮ ਕੋਈ ਮਿਸਟੀਰੀਅਸ ਗੱਲ ਨਹੀਂ ਹੈਗੀ। ਇਹਦੀ ਦੂਸਰੀ, ਇਹਦੀਆਂ 3 ਪਰਿਭਾਸ਼ਾਵਾਂ ਨੇ। ਦੂਜੀ ਪਰਿਭਾਸ਼ਾ ਹੈ ਕਿ ਸਰਵਮ ਖਲਉ ਇਦਮ ਬ੍ਰਹਮ, ਕਿ ਇਹ ਸਾਰਾ ਸੰਸਾਰ ਜਿਹੜਾ ਸਾਡੀ ਨਜ਼ਰ ਦੇ ਸਾਹਮਣੇ ਹੈ, ਇਹ ਸਾਰਾ ਬ੍ਰਹਮ ਹੈ। ਇਹ ਅਲਟੀਮੇਟ ਰਿਐਲਿਟੀ ਇਹ ਹੈ। ਤੇ ਤੀਜੀ ਜਿਹੜੀ ਮੈਂ ਰਿਸ਼ੀਆਂ ਦੀ ਜਿਹੜੀ ਪਰਿਭਾਸ਼ਾ ਬ੍ਰਹਮ ਬਾਰੇ ਸੁਣੀ, ਉਹ ਹੋਰ ਵੀ ਖੂਬਸੂਰਤ ਹੈ। ਉਹ ਕਹਿੰਦੇ ਨੇ ਕਿ ਸਤਿਅਮ ਗਿਆਨਮ ਅਨੰਤਮ ਬ੍ਰਹਮ। ਵਾਹ। ਕਿ ਬ੍ਰਹਮ ਕੀ ਹੈ? ਉਹ ਪਰਮ ਸੱਚ ਹੈ ਤੇ ਪਰਮ ਗਿਆਨ ਹੈ ਤੇ ਪਰਮ ਆਨੰਦ ਹੈ। ਸਤਿਅਮ ਗਿਆਨਮ ਅਨੰਤਮ ਇਨਫਿਨਿਟ ਹੈ। ਇਹ ਹੁਣ ਜਿਹੜੇ ਮਸਲੇ ਨੇ ਨਾ, ਇਹ ਭਾਵੇਂ ਅੱਜ ਦੀ ਪੀੜ੍ਹੀ ਦੇ ਬੰਦੇ ਨੇ ਤੇ ਭਾਵੇਂ ਪੁਰਾਣੀ ਪੀੜ੍ਹੀ ਦੇ ਨੇ, ਇਹਨਾਂ ਨੂੰ ਸਾਰਿਆਂ ਨੂੰ ਸਮਝ ਆਏਗੀ ਕਿ ਜਿਸ ਸੰਸਾਰ ਦੇ ਵਿੱਚ, ਜਿਸ ਵਰਲਡ ਦੇ ਵਿੱਚ ਅਸੀਂ ਰਹਿ ਰਹੇ ਹਾਂ, ਉਹਦੀ ਹਕੀਕਤ ਕੀ ਹੈ। ਤੇ ਉਸ ਹਕੀਕਤ ਨੂੰ ਗੁਰਬਾਣੀ ਦੇ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ, ਭਗਤ ਨੇ, ਉਹਨਾਂ ਨੇ ਬੜੀ ਖੂਬਸੂਰਤੀ ਨਾਲ ਸਮਝਾਇਆ। ਇਹ ਜਿਹੜੀ ਉਤਸੁਕਤਾ ਹੈ ਤਾਂ ਸਾਡੇ ਸਾਰਿਆਂ ਵਿੱਚ ਪੈਦਾ ਹੁੰਦੀ ਆ। ਅਸੀਂ ਕਿੱਥੋਂ ਆਏ ਆ, ਅਸੀਂ ਕਿੱਥੇ ਜਾਣਾ, ਅਸੀਂ ਕੀ ਕਰ ਰਹੇ ਹਾਂ, ਸਾਡੇ ਆਪਸ 'ਚ ਕਿਸ ਤਰ੍ਹਾਂ ਦੇ ਸੰਬੰਧ ਆ, ਪੁਨਰ ਜਨਮ ਦੀਆਂ ਗੱਲਾਂ ਹੁੰਦੀਆਂ, ਜਾਂ ਹੋਰ ਬਹੁਤ ਸਾਰੇ ਸਵਾਲ ਆ ਸਾਡੇ ਮਨ 'ਚ ਪੈਦਾ ਹੁੰਦੇ ਰਹਿੰਦੇ। ਕੋਸ਼ਿਸ਼ ਕਰਦੇ ਇਹਨਾਂ ਦਾ ਜਵਾਬ ਕਿਤੇ ਉਹ ਲੱਭ ਸਕੇ, ਪਰ ਆਪਣੇ ਕੋਲ ਸਮਾਂ ਥੋੜ੍ਹਾ। ਮੈਨੂੰ ਪਤਾ ਤੁਹਾਡੇ ਕੋਲ ਬਹੁਤ ਸਾਰੀ ਅਸੀਂ ਜਾਣਕਾਰੀ, ਬਹੁਤ ਸਾਰਾ ਗਿਆਨ ਤੁਹਾਡੇ ਕੋਲ ਲੈ ਸਕਦੇ ਹਾਂ, ਪਰ ਇੱਕ ਅੱਜ ਦੇ ਦਿਨ ਲਈ ਮੈਂ ਕੁਐਸਚਨ ਜ਼ਰੂਰ ਮੇਰੇ ਮਨ 'ਚ ਆ ਰਿਹਾ, ਕਿਉਂਕਿ ਤੁਸੀਂ ਇੰਡੀਵਿਜੂਅਲ ਕੌਨਸ਼ੀਅਸਨੈਸ ਦੀ ਜਿਹੜੀ ਗੱਲ ਕੀਤੀ ਆ, ਤੁਸੀਂ ਕਿਹਾ ਕਿ ਇਹ ਆਧੁਨਿਕ ਮੁਹਾਵਰਾ ਆ, ਇਸ ਯੁੱਗ ਦੇ ਲੋਕ ਇਹਨੂੰ ਸਮਝਦੇ ਆ ਕਿ ਇਹ ਕੀ ਹੈ। ਹੁਣ ਮੁੜ ਕੇ ਫਿਰ ਆਉਂਦੇ ਆ ਕਿ ਗੁਰਬਾਣੀ ਨੂੰ ਅਸੀਂ ਸਮਝਣਾ ਚਾਹੁੰਦੇ ਹਾਂ।
ਗੁਰਬਾਣੀ ਨੂੰ ਸਮਝਣ ਦੇ ਲਈ ਇੱਕ ਇੰਡੀਵਿਜੂਅਲ ਤੌਰ ਤੇ ਮੈਂ ਬੈਠ ਜਾਵਾਂ ਜਾਂ ਮੈਂ ਇੱਕ ਆਰਗੇਨਾਈਜ਼ਡ ਥਾਂ ਦੇ ਉੱਤੇ ਪਹੁੰਚ ਜਾਵਾਂ, ਇਹ ਚੋਇਸਿਸ ਅਸੀਂ ਕਿੱਦਾਂ ਬਣਾਉਣੀਆਂ। ਆਤਮਾ ਦੀ ਗੱਲ ਕੀਤੀ ਹੈ, ਪਰਮਾਤਮਾ ਦੀ ਗੱਲ ਕੀਤੀ ਹੈ, ਅਗੇਨ ਇਹ ਮਹਿਸੂਸ ਹੁੰਦਾ ਕਿ ਇਹ ਸਾਰੀਆਂ ਚੀਜ਼ਾਂ ਇੰਡੀਵਿਜੂਅਲ ਨੇ। ਇਹ ਜੇ ਮੈਂ ਰੀਅਲਾਈਜ਼ ਕਰਨਾ ਜਾਂ ਮੈਂ ਐਕਸਪੀਰੀਅੰਸ ਕਰਨਾ, ਮੈਂ ਇੱਕ ਇੰਡੀਵਿਜੂਅਲ ਦੇ ਤੌਰ ਤੇ ਹੀ ਉਹ ਕਰਨਾ। ਭਾਵੇਂ ਮੇਰੇ ਨਾਲ 10 ਲੋਕਾਂ ਦਾ ਗਰੁੱਪ ਬੈਠਾ, ਮੇਰੇ ਨਾਲ ਪਰਿਵਾਰ ਬੈਠਾ, ਮੇਰੇ ਨਾਲ ਕੋਲੀਗਸ ਬੈਠੇ ਨੇ, ਜਾਂ ਈਵਨ ਜਿਹਨੂੰ ਆਪਾਂ ਸੰਗਤ ਕਹਿੰਦੇ ਆ ਉਹ ਵੀ ਬੈਠੀ ਆ, ਬਟ ਅਲਟੀਮੇਟਲੀ ਜੋ ਗਿਆਨ ਮੈਂ ਹਾਸਲ ਕਰ ਰਹੀ ਹਾਂ, ਜੋ ਮੈਂ ਪ੍ਰੈਕਟਿਸ 'ਚ ਲੈ ਕੇ ਆਉਣਾ, ਜੋ ਮੈਂ ਮਹਿਸੂਸ ਕਰਨਾ, ਜੋ ਮੇਰੀ ਰੀਅਲਾਈਜ਼ੇਸ਼ਨ ਹੋਣੀ ਆ, ਦੈਟ ਇਜ਼ ਗੋਇੰਗ ਟੂ ਬੀ ਇੰਡੀਵਿਜੂਅਲਿਸਟਿਕ ਓਨਲੀ, ਹੈ ਨਾ। ਇਹ ਸਾਰੇ ਕਾਸੇ ਦੇ ਦੌਰਾਨ ਇੱਕ ਇੰਡੀਵਿਜੂਅਲ ਦਾ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਇੱਕ ਆਰਗੇਨਾਈਜ਼ਡ ਰਿਲੀਜਨ ਜਾਂ ਇੱਕ ਪਲੇਟਫਾਰਮ ਦਾ ਕੀ ਰੋਲ ਹੈ? ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਗੱਲ ਕਹੀ ਸੀ ਨਾ ਵੀ ਰਿਲੀਜਨ ਹੈ ਕੀ ਹੈ। ਰਿਲੀਜਨ ਇਜ਼ ਦਾ ਸਰਚ ਫਾਰ ਫਾਈਨਲ ਮੀਨਿੰਗ ਹੈ ਨਾ, ਜਿਹੜੀ ਇਹ ਟਰਮ ਆਧੁਨਿਕ ਮੁਹਾਵਰਾ ਹੈ। ਮਤਲਬ ਜਦੋਂ ਕਹਿਣਾ ਵੀ ਸਾਨੂੰ ਆਧੁਨਿਕ ਮੁਹਾਵਰੇ ਵਿੱਚ ਗੱਲ ਕਰਨੀ ਚਾਹੀਦੀ ਹੈ, ਮੈਂ ਕੋਸ਼ਿਸ਼ ਕੀਤੀ ਹੈ ਜੀ ਕਿ ਮੈਂ ਇਹਨੂੰ ਗੁਰਬਾਣੀ ਦੇ ਮੈਸੇਜ ਨੂੰ ਉਹ ਉਸੇ ਈਡੀਅਮ ਵਿੱਚ ਸਮਝਾਂ ਜਿਹੜੀ ਸਾਨੂੰ ਅੱਜ ਜਿਹਦੇ ਵਿੱਚ ਅਸੀਂ ਗੱਲ ਕਰਨ ਦੇ ਆਦੀ ਹਾਂ। ਸੋ ਆਰਗੇਨਾਈਜ਼ਡ ਰਿਲੀਜਨ ਦਾ ਪਾਰਟ ਹੋਣਾ ਜ਼ਰੂਰੀ ਹੈ ਇਸ ਸਰਚ ਦੇ ਲਈ? ਨਹੀਂ, ਉਹਦੀ ਗੱਲ ਮੈਂ ਆਉਣਾ ਹੈ। ਤੇ ਇਸ ਨੁਕਤੇ ਤੋਂ ਜਦੋਂ ਅਸੀਂ ਕਹਿੰਦੇ ਨਾ ਵੀ ਸਰਚ ਫਾਰ ਫਾਈਨਲ ਮੀਨਿੰਗ ਹੈ, ਇਹਦਾ ਮਤਲਬ ਹੈ ਕਿ ਗੁਰਬਾਣੀ ਨੂੰ ਅਸੀਂ ਇਸੇ ਨੁਕਤੇ ਤੋਂ ਪੜ੍ਹੀਏ। ਗੁਰਬਾਣੀ ਦੇ ਅੰਦਰ ਇਹਦਾ ਮਤਲਬ ਅਸੀਂ ਤਲਾਸ਼ ਕੀ ਕਰੀਏ ਕਿ ਇਹਦੇ ਅੰਦਰ ਜ਼ਿੰਦਗੀ ਦੇ ਅੰਤਿਮ ਅਰਥਾਂ ਦੀ ਸੋਝੀ ਕਿੱਥੋਂ ਮਿਲਦੀ ਹੈ। ਦੂਜੀ ਗੱਲ, ਤੁਸੀਂ ਜਿਹੜਾ ਤੁਹਾਡਾ ਮਸਲਾ ਹੈਗਾ ਕਿ ਇੱਕ ਰਿਲੀਜਨ ਹੁੰਦਾ ਆਰਗੇਨਾਈਜ਼ਡ ਰਿਲੀਜਨ। ਆਰਗੇਨਾਈਜ਼ਡ ਰਿਲੀਜਨ ਦੀਆਂ ਆਪਣੀਆਂ ਪ੍ਰੋਬਲਮਸ ਨੇ, ਕਿਉਂਕਿ ਉਹ ਇੱਕ ਵਿਸ਼ੇਸ਼ ਵਰਗ ਦੀ ਜਿਹੜੀ ਨਾ ਇੱਕ ਤਰ੍ਹਾਂ ਦੀ ਇੰਡੀਵਿਜੂਅਲ ਨਹੀਂ, ਉਹ ਕਲੈਕਟਿਵ ਹੋਂਦ ਦੇ ਵੱਲ ਚਲੀ ਜਾਂਦੀ। ਹੁਣ ਰਿਲੀਜਨ ਤਾਂ ਪਰਸਨਲ, ਜੇ ਆਪ ਨਹੀਂ ਕਰੋਗੇ, ਆਪ ਮਰੇ ਬਿਨਾ ਮੁਕਤੀ ਨਹੀਂ ਹੁੰਦੀ, ਆਪ ਪੜ੍ਹੇ ਬਿਨਾ ਗਿਆਨ ਨਹੀਂ ਹੋਏਗਾ। ਤੇ ਮੈਨੂੰ ਲੱਗਦਾ ਕਿ ਆਰਗੇਨਾਈਜ਼ਡ ਰਿਲੀਜਨ ਦਾ ਜਿਹੜਾ ਖੇਤਰ ਹੈ ਉਹ ਸੋਸ਼ਲ ਖੇਤਰ ਹੈ। ਉਹ ਸਾਡੀ ਚੋਇਸ ਹੈ ਵੀ ਅਸੀਂ ਆਰਗੇਨਾਈਜ਼ਡ ਰਿਲੀਜਨ ਨੂੰ ਮੰਨਣਾ ਜਾਂ ਨਾ ਮੰਨਣਾ, ਇਹ ਸਾਡੀ ਚੋਇਸ ਹੈ। ਲੇਕਿਨ ਗਿਆਨ ਸਾਨੂੰ ਆਪਣੇ ਇੰਡੀਵਿਜੂਅਲ ਲੈਵਲ ਤੇ, ਜਿਵੇਂ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਪੜ੍ਹੀਏ ਨਹੀਂ ਭੇਦ ਬੁੱਝੀਏ ਪਾਵਣਾ, ਯਾਨੀ ਇਹ ਤਾਂ ਗੁਰਬਾਣੀ ਤਾਂ ਉਹ ਮੈਸੇਜ ਹੈ ਜਿਹਨੂੰ ਸਿਰਫ ਪੜ੍ਹਨ ਦੇ ਨਾਲ ਵੀ ਨਹੀਂ, ਜੇ ਸਿਰਫ ਪੜ੍ਹੀ ਜਾਈਏ ਨਾ, ਰਟੀ ਜਾਈਏ, ਨਹੀਂ ਸਮਝਾਏਗਾ। ਇਹਦਾ ਮਤਲਬ ਗੁਰੂ ਸਾਹਿਬ ਨੇ ਜਿਹੜਾ ਗੁਰਬਾਣੀ ਦੇ ਪ੍ਰਵਚਨ ਬਾਰੇ, ਜਿਹੜਾ ਗਿਆਨ ਦਾ ਪ੍ਰਵਚਨ ਹੈ, ਉਹ ਕਹਿੰਦੇ ਨੇ ਵੀ ਇਸ ਕੋਡਡ ਮੈਸੇਜ ਹੈ ਤੇ ਇਹਨੂੰ ਵਿਚਾਰ ਕੇ, ਚੰਗੀ ਤਰ੍ਹਾਂ ਵਿਚਾਰ ਕੇ ਸਮਝੋਗੇ ਤਾਂ ਇਹ ਆਏਗਾ। ਇੱਥੇ ਇੰਡੀਵਿਜੂਅਲ ਐਫਰਟ ਦੀ ਗੱਲ ਆ ਜਾਂਦੀ, ਯਾਨੀ ਇੰਡੀਵਿਜੂਅਲ ਜਿਹੜਾ ਹੈ ਉਸ ਨੂੰ ਮਿਹਨਤ ਕਰਨੀ ਪਵੇਗੀ, ਗੁਰਬਾਣੀ ਦੇ ਅਰਥਾਂ ਦੀ ਤਹਿ ਤੱਕ ਜਾਣਾ ਪਵੇਗਾ। ਉਹਦੀ ਸਹਾਇਤਾ ਲਈ ਵਿਆਖਿਆਕਾਰੀਆਂ ਹੈਗੀਆਂ, ਉਹਦੀ ਸਹਾਇਤਾ ਲਈ ਬਾਕੀ ਦੇ ਜਿਹੜੇ ਸਾਡੇ ਅੱਜ ਦੇ ਗੁਰਮਤਿ ਦੇ ਕੀਰਤਨ ਕਰਨ ਵਾਲੇ ਨੇ, ਉਹ ਵਿਆਖਿਆ ਕਰਨ, ਉਹ ਵੀ ਮਦਦ ਕਰ ਸਕਦੇ ਨੇ। ਲੇਕਿਨ ਫੈਸਲਾ ਤਾਂ ਉਹਨੂੰ ਇੰਡੀਵਿਜੂਅਲ ਲੈਵਲ 'ਤੇ ਖੁਦ ਗੁਰਬਾਣੀ ਦੇ ਉਸ ਸੰਦੇਸ਼ ਨਾਲ ਜੁੜ ਕੇ ਹੀ ਉਹਨੂੰ ਮਿਲੇਗਾ। ਆਰਗੇਨਾਈਜ਼ਡ ਰਿਲੀਜਨ ਦੇ ਉਹਦੇ ਬਾਰੇ ਮੈਂ ਕੁਝ ਕਹਿਣ ਦੀ ਲੋੜ ਹੀ ਨਹੀਂ, ਕਿਉਂਕਿ ਉਹਦਾ ਇੱਕ ਖੇਤਰ ਅਲੱਗ ਹੈ। ਜਦੋਂ ਗੱਲ ਆਪਾਂ ਕਰਦੇ ਹਾਂ ਗੁਰਬਾਣੀ ਨੂੰ ਪੜ੍ਹਨ ਦੀ, ਬੜੀ ਵਾਰੀ ਇਹ ਸਵਾਲ ਉਠਾਏ ਜਾਂਦੇ ਆ ਕਿ ਵੀ ਅਸੀਂ ਸਵੇਰੇ ਪੜ੍ਹਦੇ ਹਾਂ, ਅਸੀਂ ਸ਼ਾਮੀ ਪੜ੍ਹਦੇ ਹਾਂ, ਅਸੀਂ ਦਿਨ ਰਾਤ ਪੜ੍ਹਦੇ ਹਾਂ, ਕਈ ਦਿਨ ਪੜ੍ਹਦੇ ਹਾਂ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਨਹੀਂ ਪੜ੍ਹਨ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ, ਪਰ ਬਹੁਤ ਉਹ ਵੀ ਲੋਕ ਆ ਜਿਹੜੇ ਲਗਾਤਾਰ ਕਹਿੰਦੇ ਵੀ ਅਸੀਂ ਕਈ ਸਾਲ ਹੋ ਗਏ ਪੜ੍ਹਦੇ, ਸਾਨੂੰ ਪੜ੍ਹ ਕੇ ਹੁਣ ਰਿਅਲਾਈਜ਼ ਹੋਇਆ ਇੰਨੇ ਸਾਲਾਂ ਬਾਅਦ ਕਿ ਵੀ ਅਸਲ 'ਚ ਇਹਦੇ ਅਰਥ ਕੀ ਸੀ। ਕਈ ਵਾਰੀ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਸਤਹੀ ਜਿਹੀ ਗੱਲ ਹੁੰਦੀ ਆ, ਉਪਰੀ ਜਿਹੀ ਗੱਲ ਹੁੰਦੀ ਆ ਰੋਜ਼ ਪੜ੍ਹਨਾ, ਪਰ ਉਸ ਪੜ੍ਹਨ ਦੇ ਨਾਲ ਵੀ ਫਰਕ ਪੈਂਦਾ। ਅਸੀਂ ਜਾਣੇ ਗਿਆਨ ਵੱਲੋਂ ਮੁੜ ਕੇ ਪੜ੍ਹ ਕੇ ਇੱਕ ਰੱਟਾ ਲਾਉਣ ਦੀ ਗੱਲ ਆ, ਦੂਜਾ ਰਿਪੀਟਿਡਲੀ ਪੜ੍ਹ ਕੇ ਸਿਮਰਨ ਜਿਹਨੂੰ ਕਹਿੰਦੇ ਆ ਉਹ ਕਰਕੇ ਵੀ ਸਾਨੂੰ ਅਰਥ ਸਮਝ ਲੱਗ ਜਾਂਦੇ ਆ। ਬਿਲਕੁਲ ਆ ਜਾਂਦੇ। ਮੈਂ ਇਹ ਸਮਝਦਾ ਕਿ ਇਹਦੇ 'ਚ ਕੋਈ ਕੰਟਰਡਿਕਸ਼ਨ ਨਹੀਂ। ਜਦੋਂ ਅਸੀਂ ਪਹਿਲੀ ਵਾਰ ਕਿਸੇ ਪ੍ਰਵਚਨ ਨੂੰ ਦੇਖਦੇ ਹਾਂ, ਪਹਿਲਾਂ ਪੜ੍ਹਦੇ ਹੀ ਹਾਂ, ਹਾਂਜੀ, ਤੇ ਉਹ ਪੜ੍ਹਨ ਤੋਂ ਬਾਅਦ ਉਹਨੂੰ ਵਿਚਾਰਦੇ ਹਾਂ। ਤੇ ਜੇ ਬਾਰ-ਬਾਰ ਪੜ੍ਹਾਂਗੇ ਨਾ, ਕਈ ਵਾਰ ਆਪਣੇ ਆਪ ਹੀ ਸਹਿਬਨ ਹੀ ਸਾਨੂੰ ਨਾ ਉਹਦੇ ਨਾਲ ਚਿੰਤਨ ਦਾ ਰਿਸ਼ਤਾ ਜੁੜ ਜਾਂਦਾ ਹੈ। ਇਸ ਕਰਕੇ ਪੜ੍ਹਨਾ, ਰੋਜ਼ ਪਾਠ ਕਰਨਾ ਇਹ ਬੁਰਾ ਨਹੀਂ ਹੈਗਾ ਜੀ। ਇਹ ਮਤਲਬ ਸਿਮਰਨਾ ਵੀ ਬੁਰਾ ਨਹੀਂ ਹੈਗਾ। ਤੁਸੀਂ ਸਿਮਰੋ, ਸਿਮਰ ਸੁਖ ਪਾਓ। ਇਹਦਾ ਮਤਲਬ ਉਹ ਕਹਿੰਦੇ ਜੇ ਬਾਰ-ਬਾਰ ਪੜ੍ਹੀ ਜਾਓਗੇ ਕਦੇ ਨਾ ਕਦੇ ਤੁਹਾਨੂੰ ਉਹ ਜਿਹੜੀ ਨਾ ਚਿਣਗ ਮਿਲ ਜਾਏਗੀ, ਸਪਾਰਕ ਮਿਲ ਜਾਏਗਾ।
ਇਸ ਕਰਕੇ ਦੋਵੇਂ ਗੱਲਾਂ ਠੀਕ ਨੇ। ਪ੍ਰਕਾਸ਼ ਮਤਲਬ ਸਿਰਫ ਪੜ੍ਹਨ ਦੇ ਨਾਲ ਗੱਲ ਨਹੀਂ ਬਣਨੀ, ਪਰ ਜੇ ਪੜ੍ਹਦੇ ਰਵਾਂਗੇ ਉਹ 'ਚ ਸਾਨੂੰ ਸੰਦੇਸ਼ ਮਿਲ ਸਕਦਾ। ਇਹ ਕੋਈ ਕੰਟਰਡਿਕਸ਼ਨ ਨਹੀਂ ਹੈ। ਡਾਕਟਰ ਸਾਹਿਬ, ਆਪਾਂ ਅੱਜ ਦੀ ਗੱਲ ਨੂੰ ਇੱਥੇ ਸਮੇਟਦੇ ਹੋਏ ਕੁਝ ਹੋਰ ਜਿਹੜਾ ਤੁਹਾਨੂੰ ਲੱਗਦਾ ਕਿ ਅੱਜ ਜ਼ਰੂਰੀ ਤੌਰ ਤੇ 1-2 ਲਾਈਨਾਂ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਕੋਈ ਗੱਲ ਕਹਿਣੀ ਚਾਹੋ? ਮੈਂ ਤੁਹਾਡੇ ਕੋਲੋਂ ਨਾ ਪੁੱਛ ਸਕੀ ਹੋਵਾਂ, ਬਹੁਤ ਕੁਝ ਪੁੱਛਿਆ ਜਾ ਸਕਦਾ ਸੀ, ਪਰ ਮੈਂ ਰੋਕ ਰਹੀ ਆਪਣੇ ਆਪ ਨੂੰ। ਨਵਜੋਤ ਜੀ, ਮੈਂ ਤਾਂ ਬਹੁਤ ਖੁਸ਼ ਹਾਂ ਕਿ ਮੈਂ ਕੈਨੇਡਾ ਵਰਗੇ ਇਸ ਡਿਵੈਲਪਡ ਕੰਟਰੀ ਦੇ ਵਿੱਚ ਜਦੋਂ ਆਇਆ ਹਾਂ, ਅਤੇ ਮੈਨੂੰ ਵੀ ਐਕਸਪੀਰੀਅੰਸ ਹੋ ਰਿਹਾ ਵੀ ਇੱਥੋਂ ਦਾ ਜਿਹੜਾ ਸਮਾਜ ਹੈ, ਇੱਥੋਂ ਦਾ ਵਾਤਾਵਰਨ ਹੈ, ਇਹਦੀ ਇੱਕ ਆਪਣੀ ਖੂਬਸੂਰਤੀ ਦੀ ਹੈ, ਇਹਦੀਆਂ ਆਪਣੇ ਮਸਲੇ ਵੀ ਨੇ। ਕਿਉਂਕਿ ਇਹ ਜਿਹੜਾ ਇਹਦੇ ਮਸਲੇ ਬਹੁਤੇ ਮੈਟੀਰੀਅਲਿਸਟਿਕ ਮਸਲੇ ਨੇ ਕਿ ਆਮ ਤੌਰ 'ਤੇ ਜਦੋਂ ਅਸੀਂ ਡਿਵੈਲਪਡ ਸਮਾਜ 'ਚ ਜਾਂਦੇ ਹਾਂ, ਉਹ ਅਸੀਂ ਇੱਕ ਦੌੜ ਵਿੱਚ ਪੈ ਜਾਂਦੇ ਹਾਂ। ਉਹ ਦੌੜ ਹੁੰਦੀ ਹੈ ਧਨ ਪਦਾਰਥ ਨੂੰ ਇਕੱਠਿਆਂ ਕਰਨ ਦੀ, ਅਤੇ ਇਹਦੇ ਵਿੱਚੋਂ ਮੈਨੂੰ ਲੱਗਦਾ ਕਿ ਜਦੋਂ ਫਿਰ ਬੰਦਾ ਥੋੜ੍ਹਾ ਜਿਹਾ ਥੱਕਦਾ ਹੈ, ਫਿਰ ਉਹ ਫਾਈਨਲ ਮੀਨਿੰਗ ਦੀ ਤਲਾਸ਼ ਨਾਲ ਜੁੜਦਾ ਹੈ। ਅਤੇ ਉਹਦੇ ਵਾਸਤੇ ਸਾਡੇ ਕੋਲ ਭਾਰਤੀ ਦਰਸ਼ਨ ਦੀਆਂ ਬਹੁਤ ਸਾਰੀਆਂ ਸਾਡੇ ਗਿਆਨ ਗ੍ਰੰਥ ਨੇ। ਮੈਂ ਤਾਂ ਕਈ ਵਾਰ ਕਹਿਣਾ ਹੁੰਦਾ ਕਿ ਦੇਖੋ, ਰਿਗਵੇਦ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਸਾਡੇ ਕੋਲ ਗਿਆਨ ਦਾ ਵੱਡਾ ਪ੍ਰਵਚਨ ਹੈ, ਅਤੇ ਉਸ ਮਹਾਂਗ੍ਰੰਥਾਂ ਦੇ ਵਿੱਚ ਜੋ ਸਾਡੇ ਰਿਸ਼ੀਆਂ ਨੇ, ਸਾਡੇ ਗੁਰੂਆਂ ਨੇ, ਸਾਡੇ ਭਗਤਾਂ ਨੇ, ਸਾਡੇ ਸੰਤਾਂ ਨੇ ਜੋ ਸਾਨੂੰ ਸੰਦੇਸ਼ ਦਿੱਤਾ, ਉਹ ਫਿਰ ਸਾਨੂੰ ਜਦੋਂ ਉਹਦੇ ਨਾਲ ਜੁੜਾਂਗੇ, ਸਾਨੂੰ ਆਪਣੇ ਮੈਟੀਰੀਅਲ ਹੋਂਦ ਦੇ ਮਸਲਿਆਂ ਦੇ ਵਿੱਚ ਵੀ ਸਕੂਨ ਮਿਲੇਗਾ। ਇਹ ਮੈਂ ਸਮਝਦਾ ਕਿ ਸਾਨੂੰ ਅੱਜ ਆਪਣੇ ਜਿਹੜੇ ਵਿਰਸੇ ਦਾ ਗਿਆਨ ਹੈ ਨਾ, ਉਸ ਨੂੰ ਵਿਚਾਰਨ ਦੀ ਲੋੜ ਹੈ। ਉਹ ਸਾਡਾ ਵਿਰਸਾ ਹੈ ਔਰ ਬਹੁਤ ਮੁੱਲਵਾਨ ਵਿਰਸਾ ਹੈ। ਉਹਦੇ ਅੰਦਰ ਜੀਵਨ ਦੀ ਸਾਰਥਕਤਾ ਪਈ ਹੋਈ ਹੈ। ਬਹੁਤ ਚੰਗਾ ਲੱਗਾ ਡਾਕਟਰ ਜਗਬੀਰ, ਬਹੁਤ ਬਹੁਤ ਸ਼ੁਕਰੀਆ ਇਸ ਗੱਲਬਾਤ ਦੇ ਲਈ। ਅਤੇ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਸੁਣਿਆ, ਇਸ ਗੱਲਬਾਤ ਨੂੰ ਸੁਣਿਆ। ਜੇ ਇਹ ਗੱਲਬਾਤ ਚੰਗੀ ਲੱਗੀ ਹੈ, ਇਹਨੂੰ ਅਗਾਂਹ ਤੋਰਿਓ ਜ਼ਰੂਰ, ਇਹਨੂੰ ਸ਼ੇਅਰ ਜ਼ਰੂਰ ਕਰਿਓ। ਅਤੇ ਕੋਈ ਤੁਹਾਡੇ ਮਨ ਦੇ ਵਿੱਚ ਖਿਆਲ ਹੈ, ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈ, ਤੁਸੀਂ ਮੈਨੂੰ ਸਕਰੀਨ 'ਤੇ ਆ ਰਹੇ ਈਮੇਲ ਦੇ ਉੱਤੇ ਈਮੇਲ ਵੀ ਕਰ ਸਕਦੇ ਹੋ। ਸਕਰੀਨ ਦੇ ਉੱਤੇ WhatsApp ਨੰਬਰ ਵੀ ਦਿੱਤਾ ਹੋਇਆ, ਜ਼ਰੂਰ ਫੀਡਬੈਕ ਦੇ ਸਕਦੇ ਹੋ। ਅਤੇ ਸਮਾਂ ਕੱਢ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਅੱਜ ਇੰਨੀ ਹੀ ਗੱਲਬਾਤ। ਬਹੁਤ ਬਹੁਤ ਸ਼ੁਕਰੀਆ।